ਕੈਪਟਨ ਅਮਰਿੰਦਰ ਸਿੰਘ ਜੀ ਕਾਂਗਰਸ ਪਾਰਟੀ ਵਿੱਚ ਰਹਿੰਦੇ ਜੀ ਇੱਕ ਸਾਈਡ ਤੇ ਬੈਠ ਕੇ ਰਹਿੰਦੇ, ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੇਰੀ ਉਹਨਾਂ ਤੋਂ ਇਲਾਵਾ ਕਿਸੇ ਹੋਰ ਲੀਡਰਸ਼ਿਪ ਬਾਰੇ ਸੋਚ ਨਹੀਂ ਸੀ। ਕੋਈ ਮੈਨੂੰ ਅਹੁਦਾ ਨਹੀਂ ਮਿਲਿਆ ਉਹਨਾਂ ਦੇ ਜਾਣ ਤੋਂ ਬਾਅਦ। ਕਿ 4.5 ਸਾਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਪਣੀ ਸੀਐਮਸ਼ਿਪ 'ਚ ਡੱਕਾ ਨਹੀਂ ਤੋੜਿਆ। ਉਹਨਾਂ ਦੀ ਜਿਹੜੀ ਨਾਕਾਮੀਆਂ ਰਹੀਆਂ ਨੇ, ਜਿਸ ਕਰਕੇ ਉਹਨਾਂ ਨੂੰ ਗੱਦੀ ਤੋਂ ਲਾਉਣਾ ਪਿਆ ਪਾਰਟੀ ਨੂੰ, ਤੇ ਜਿਸ ਕਰਕੇ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਇਹ ਹਾਲ ਹੈ। ਕੀ ਤੁਸੀਂ ਇਸ ਸਟੇਟਮੈਂਟ ਨਾਲ ਇਤਫਾਕ ਰੱਖਦੇ ਹੋ? ਕੈਪਟਨ ਸਾਹਿਬ ਦੇ ਇੰਨਾ ਕਲੋਜ਼ ਰਹੇ, ਕਿਉਂਕਿ ਜੇਕਰ ਤੁਸੀਂ ਇਹ ਨਹੀਂ ਕਹੋਗੇ ਤਾਂ ਤੁਸੀਂ ਫਿਰ ਨਾ ਇੱਧਰ ਦੇ ਨਾ ਉੱਧਰ ਦੇ। ਫਿਰ ਜਿਹੜੀਆਂ ਗੱਲਾਂ ਬਤੌਰ ਟਰਾਂਸਪੋਰਟ ਮੰਤਰੀ ਅੱਜ ਰਾਜਾ ਵੜਿੰਗ ਜੀ ਕਰ ਰਹੇ ਹੈਗੇ ਆ, ਉਹ ਵਾਲੀ ਸੋਚ ਜਿਹੜੀ ਸੀ ਉਹ ਕਿਉਂ ਨਹੀਂ ਅਪਣਾਈ ਗਈ? ਪਹਿਲੀ ਵਾਰ ਗਿਆਨੀ ਜੈਲ ਸਿੰਘ ਤੋਂ ਬਾਅਦ ਪਹਿਲੀ ਵਾਰ ਮੈਂ ਮਹਿਸੂਸ ਕਰਦਾ ਕਿ ਇੱਕ ਮੁੱਖ ਮੰਤਰੀ ਇਹੋ ਜਿਹਾ ਬਣਿਆ ਜਿਹੜਾ ਇੱਕ ਆਮ ਪਰਿਵਾਰ ਚੋਂ ਉੱਠ ਕੇ ਬਣਿਆ। ਕੋਈ ਇਹੋ ਜਿਹਾ ਦਿਨ ਨਹੀਂ ਲੰਘਦਾ ਜਿਸ ਦਿਨ ਮੇਰੇ ਤੇ ਮੌਜੂਦਾ ਐਮਐਲਏ ਹਮਲਾ ਨਹੀਂ ਕਰਦਾ। ਪਰਿਵਾਰ ਦੇ ਬਾਕੀ ਮੈਂ ਇੱਥੇ 71 ਦਿਨ ਵਾਪਸ ਨਹੀਂ ਆਇਆ। ਹਲਕਾ ਦਾਖਾ ਵਿੱਚ ਰਿਹਾ 1 ਸਾਲ, ਕੋਰੋਨਾ ਦਾ ਮਹਾਮਾਰੀ ਚੱਲੀ। ਜਵਾਬ ਦੇਣਾ ਨਹੀਂ ਦੇਣਾ ਤੁਹਾਡੇ ਤੇ ਨਿਰਭਰ ਹੈ। ਮੈਂ ਜਵਾਬ ਦੇਵਾਂਗਾ, ਮੈਨੂੰ ਜਵਾਬ ਦੇਣ ਚ ਕੋਈ ਲੈਂਦਾ ਜੀ। ਮੈਂ ਉਸ ਹਲਕੇ ਦਾ ਸਾਥ ਹੀ ਨਹੀਂ ਛੱਡਿਆ ਜੀ। ਅੱਜ ਉਹ ਕਹਿੰਦੇ ਮੈਂ ਕਿਰਾਏ ਦੇ ਘਰਾਂ 'ਚ ਰਹਿਣਾ, ਮੈਂ ਕਿਰਾਏ ਦੇ ਦਫ਼ਤਰ ਖੋਲ੍ਹੇ ਹੈ। ਉਹ ਵੀ ਤਾਂ ਦਾਖੇ ਦੇ ਲੋਕ ਹੈ ਜਿਨ੍ਹਾਂ ਨੇ ਮੈਨੂੰ ਮੇਰੇ ਤੇ ਵਿਸ਼ਵਾਸ ਕਰਕੇ ਆਪਦਾ ਘਰ ਕਿਰਾਏ ਤੇ ਦਿੱਤਾ ਔਰ ਆਪਦਾ ਦਫ਼ਤਰ ਮੈਨੂੰ ਬਣਾ ਕੇ ਦਿੱਤਾ। ਮੇਰੇ ਤੇ ਵਿਸ਼ਵਾਸ ਰੱਖਦੇ ਆ। ਮੈਂ ਪਾਰਟੀ ਪ੍ਰਤੀ ਵੀ ਤਾਂ ਵਫਾਦਾਰੀ ਹੈ ਹੀ ਹੈ, ਪਰ ਉਸ ਇਨਸਾਨ ਪ੍ਰਤੀ ਵੀ ਮੇਰੀ ਵਫਾਦਾਰੀ ਜਿਹੜੀ ਮੈਂ ਮਹਿਸੂਸ ਕਰਦਾ ਅਨਕੁਐਸਚਨੇਬਲ ਰਹੀ ਹੈ। ਸਤਿ ਸ਼੍ਰੀ ਅਕਾਲ ਜੀ। ਸਕਾਈ ਨਿਊਜ਼ ਪੰਜਾਬ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਨੇ। ਜਦੋਂ ਵੀ ਚੋਣਾਂ ਹੁੰਦੀਆਂ ਨੇ, ਖਾਸ ਕਰ ਸੂਬੇ ਦੀਆਂ ਚੋਣਾਂ ਹੁੰਦੀਆਂ ਨੇ, ਤਾਂ ਉਹ ਕੌਂਸਟੀਚੁਐਂਸੀਜ਼ ਜਿਹੜੀਆਂ ਹੈਗੀਆਂ ਨੇ ਜ਼ਿਆਦਾ ਚਰਚਾ 'ਚ ਹੁੰਦੀਆਂ ਨੇ, ਜਿੱਥੋਂ ਮੁੱਖ ਮੰਤਰੀ ਆਉਂਦੇ ਨੇ ਜਾਂ ਆਉਂਦੇ ਰਹੇ ਨੇ। ਪਟਿਆਲਾ ਵਿਧਾਨ ਸਭਾ ਹਲਕਾ ਹੈ, ਲੰਬੀ ਵਿਧਾਨ ਸਭਾ ਹਲਕਾ ਹੈ, ਪਰ ਹੁਣ ਜਦੋਂ ਆਪਾਂ ਗੱਲ ਕਰੀਏ ਤਾਂ ਕੁਝ ਇੱਕ ਹਲਕੇ ਜ਼ਿਆਦਾ ਹੋਰ ਚਰਚਾ 'ਚ ਆਉਣ ਲੱਗੇ ਨੇ। ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਜੋ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਹੈ। ਅੰਮ੍ਰਿਤਸਰ ਦੇ ਉਹ ਹਲਕੇ ਨੇ ਜਿੱਥੋਂ ਸਿੱਧੂ ਜੋੜੇ ਹੋਣੀ ਜਿਹੜੇ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਨੇ। ਮਜੀਠਾ ਹਲਕਾ ਹੈ, ਨੋ ਡਾਊਟ। ਬਠਿੰਡੇ ਦੇ ਕੁਝ ਹਲਕੇ ਨੇ, ਪਰ ਇਹਨਾਂ ਦੇ ਦੌਰਾਨ ਹੀ ਇੱਕ ਹਲਕਾ ਜਿਹੜਾ 2017 ਦੇ ਵਿੱਚ ਜ਼ਿਆਦਾ ਫੋਕਸ 'ਚ ਆਇਆ ਸੀ, ਉਹ ਸੀਗਾ ਵਿਧਾਨ ਸਭਾ ਹਲਕਾ ਦਾਖਾ, ਲੁਧਿਆਣਾ ਜ਼ਿਲ੍ਹੇ ਦਾ ਹਲਕਾ ਦਾਖਾ, ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇਹ ਹਲਕਾ ਰਿਜ਼ਰਵ ਰਿਹਾ ਹੈ। ਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸੁਪਰੀਮ ਕੋਰਟ ਦੇ ਨਾਮਵਰ ਵਕੀਲ ਹਰਵਿੰਦਰ ਸਿੰਘ ਫੂਲਕਾ ਇੱਥੋਂ ਪਹਿਲੀ ਵਾਰ ਚੋਣ ਲੜਦੇ ਨੇ, ਜਿੱਤਦੇ ਨੇ, ਬੜੀ ਸ਼ਾਨ ਨਾਲ ਜਿੱਤਦੇ ਨੇ। ਤੇ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਮੁਖੀ ਜੋ ਕਿ ਮੁੱਖ ਮੰਤਰੀ ਹੁੰਦਾ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਬਿਲਕੁਲ ਸਾਹਮਣੀ ਸੀਟ ਤੇ ਬਹਿਣ ਦਾ ਉਹਨਾਂ ਨੂੰ ਸੁਭਾਗ ਹਾਸਲ ਹੁੰਦਾ ਹੈ। ਉਹ ਵਿਰੋਧੀ ਧਿਰ ਦੇ ਜਿਹੜੇ ਹੈਗੇ ਸਦਨ ਦੇ ਨੇਤਾ ਬਣਦੇ ਨੇ। ਕੁਝ ਇਸ ਤਰ੍ਹਾਂ ਦੀ ਇੱਕ ਇਬਾਰਤ ਬਣੀ ਜਾਂ ਕੁਝ ਕਾਰਨ ਬਣੇ ਕਿ ਉਹਨਾਂ ਨੂੰ ਸਿਆਸਤ ਤੋਂ ਪੰਜਾਬ ਦੀ ਚੋਂ ਬਾਹਰ ਜਾਣਾ ਪਿਆ। ਹਲਕਾ ਦਾਖਾ ਫਿਰ ਚਰਚਾ 'ਚ ਆ ਗਿਆ। ਹਲਕਾ ਦਾਖਾ ਇਸ ਕਰਕੇ ਚਰਚਾ 'ਚ ਆ ਗਿਆ, ਜ਼ਿਆਦਾਤਰ ਇਸ ਹਲਕੇ ਤੋਂ ਜਿਹੜਾ ਹੈਗਾ ਅਕਾਲੀ ਦਲ ਨੂੰ ਜਿੱਤ ਹਾਸਲ ਹੋਈ ਹੈ ਜੇਕਰ ਇਸ ਹਲਕੇ ਦਾ ਇਤਿਹਾਸ ਵੇਖੀਏ। ਪਰ ਫੂਲਕਾ ਸਾਹਿਬ ਸੀ ਜਿਨ੍ਹਾਂ ਨੇ 2007 ਤੋਂ ਜਿਹੜੀ ਇੱਥੋਂ ਲਗਾਤਾਰ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਅਯਾਲੀ ਦੀ ਜਿੱਤ ਸੀ ਉਸ ਨੂੰ ਤੋੜਿਆ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਇਹ ਸੀਟ ਪਾਈ। ਪਰ ਜਦੋਂ ਦੁਬਾਰਾ ਜਿਮਨੀ ਚੋਣ ਹੁੰਦੀ ਆ ਫੂਲਕਾ ਸਾਹਿਬ ਕਰਕੇ, ਤਾਂ ਇੱਕ ਤਰ੍ਹਾਂ ਨਾਲ ਉਦੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਕੁੱਦੇ। ਥੋੜਾ ਜਿਹਾ ਇਹ ਅਟਪਟਾ ਲੱਗੇਗਾ। ਇਹਦਾ ਕਾਰਨ ਇਹ ਹੈ ਕਿ ਕੈਪਟਨ ਸੰਦੀਪ ਸੰਧੂ ਜੋ ਕਿ ਰਾਈਟ ਹੈਂਡ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਮੰਨੇ ਜਾਂਦੇ ਰਹੇ ਨੇ, ਉਹਨਾਂ ਨੂੰ ਉੱਥੋਂ ਫੀਲਡ ਕੀਤਾ ਗਿਆ। ਬੜੀ ਫਸਵੀਂ ਲੜਾਈ ਹੋਈ। ਹਾਲਾਂਕਿ ਮਨਪ੍ਰੀਤ ਸਿੰਘ ਅਯਾਲੀ ਜਿਹੜਾ ਆਪਣੀ ਸੀਟ ਜਿਹੜੀ ਰਿਟੇਨ ਕਰਨ 'ਚ ਕਾਮਯਾਬ ਹੋ ਗਏ, ਪਰ ਦਾਖਾ ਹਲਕੇ ਦੀ ਮੈਂ ਮਹੱਤਤਾ ਜਿਹੜੀ ਹੈਗੀ ਹੈ ਇਸ ਕਰਕੇ ਉਘਾੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਹਲਕੇ ਨੂੰ ਵੀ ਹਲਕੇ 'ਚ ਨਹੀਂ ਲਿਆ ਜਾ ਸਕਦਾ। ਇਤਫਾਕਵਸ ਇਸ ਵਕਤ ਸਾਡੇ ਨਾਲ ਕੈਪਟਨ ਸੰਦੀਪ ਸੰਧੂ ਜੋ ਕਿ ਦੁਬਾਰਾ ਪਰ ਤੋਲ ਰਹੇ ਨੇ ਦਾਖਾ ਹਲਕੇ ਤੋਂ ਫੀਲਡ 'ਚ ਉਤਰਨ ਵਾਸਤੇ, ਉਹ ਸਾਡੇ ਨਾਲ ਬਣੇ ਹੋਏ ਨੇ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨੀਲਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਮੈਨੂੰ ਅੱਜ ਮੌਕਾ ਦਿੱਤਾ ਹੈਗਾ ਆਪਦੇ ਚੈਨਲ ਤੇ ਆ ਕੇ रूबरू होंदा। बहुत बहुत धन्यवाद तुहाडा जी। वैसे तो साडे प्रोग्राम का जिहड़ा सिरलेख है वो हैगा नेता जी की सियासी सेहत
ਤੁਹਾਡੀ ਸਿਹਤ ਵੀ ਸਾਨੂੰ ਚੰਗੀ ਲੱਗ ਰਹੀ ਹੈ, ਸਿਆਸੀ ਤੌਰ ਤੇ ਵੀ ਤੁਸੀਂ ਸਰਗਰਮ ਲੱਗ ਰਹੇ ਹੋ। ਪਹਿਲਾ ਸਵਾਲ ਮੇਰਾ ਇਹੀ ਹੈ ਕਿ ਜਦੋਂ ਵੀ ਸੰਦੀਪ ਸੰਧੂ ਨਾਲ ਕਿਸੇ ਮੀਡੀਆ ਨੇ ਗੱਲ ਕਰਨੀ ਹੋਵੇ ਤਾਂ ਇੱਕੋ ਹੀ ਜਿਹੜਾ ਜ਼ਿਹਨ 'ਚ ਗੱਲ ਆਉਂਦੀ ਹੈ ਕਿ ਅਚਾਨਕ ਇਹ ਤਬਦੀਲੀ ਕਿਵੇਂ ਆ ਗਈ। ਤੁਸੀਂ ਉਹ ਸਭ ਤੋਂ ਪਹਿਲੇ ਵਿਅਕਤੀ ਹੋ ਕੈਪਟਨ ਅਮਰਿੰਦਰ ਸਿੰਘ ਦੇ, ਜਦੋਂ ਵੀ ਉਹਨਾਂ ਦਾ ਪੋਲੀਟੀਕਲ ਚੇਂਜ ਹੋਇਆ ਪੰਜਾਬ ਦੇ ਵਿੱਚ ਤਾਂ ਤੁਸੀਂ ਦੂਜੇ ਪਾਲੇ 'ਚ ਖੜੇ ਨਜ਼ਰ ਆਏ, ਜਿਸ ਦੀ ਕਿ ਉਮੀਦ ਨਹੀਂ ਕੀਤੀ ਜਾਂਦੀ ਸੀ ਕਿ ਸ਼ਾਇਦ ਤੁਸੀਂ ਕਦੇ ਵੀ ਕੈਪਟਨ ਸਾਹਿਬ ਦਾ ਸਾਥ ਨਹੀਂ ਛੱਡੋਗੇ। ਦੇਖੋ ਨੀਲੇਂਦਰ ਜੀ, ਇਸ 'ਚ ਕੋਈ ਸ਼ੱਕ ਨਹੀਂ ਕਿ ਮੈਂ ਤਕਰੀਬਨ 2008 ਦਸੰਬਰ ਤੋਂ ਜੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਜੁੜਿਆ ਸੀ, ਔਰ ਉਦੋਂ ਜੁੜਿਆ ਸੀ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਸਨ, ਉਹ ਵਿਰੋਧੀ ਧਿਰ ਦੇ ਨੇਤਾ ਨਹੀਂ ਸਨ, ਉਹ ਬਤੌਰ MLA ਜਦੋਂ ਕਾਂਗਰਸ ਹਾਰੀ ਸੀ 5 ਸਾਲ ਦੇ ਰਾਜ ਤੋਂ ਬਾਅਦ। ਬਿਲਕੁਲ ਜੀ। ਔਰ ਜਿਸ ਦਿਨ ਮੈਂ ਅਸਤੀਫਾ ਦਿੰਨਾ ਹੈ ਉਸ ਦਿਨ ਹੈ ਜਦੋਂ CM ਸਾਹਿਬ ਅਸਤੀਫਾ ਦਿੰਦੇ ਆ ਬਤੌਰ CMਸ਼ਿਪ ਤੋਂ, ਨਵੰਬਰ 2021 ਚ ਨਵੰਬਰ ਨਹੀਂ ਸਤੰਬਰ ਪਿਛਲੀ ਵਾਰ ਨਹੀਂ ਸਤੰਬਰ ਹਾਂਜੀ ਠੀਕ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਬਣਦੇ ਆ। ਔਰ ਉਹਨਾਂ ਦੀ ਉਸ ਦਿਨ ਇਹ ਵੀ ਗੱਲ ਨਾਲ ਉਹ ਮੇਰੇ ਨਾਲ ਸ਼ੇਅਰ ਕਰਦੇ ਆ ਕਿ ਮੈਂ ਜੋ ਹਾਲਾਤ ਬਣੇ ਹੈ ਜਾਂ ਬਣਨੇ ਜਾ ਰਹੇ ਹੈਗੇ ਮੈਂ ਇਸ ਤੋਂ ਸੰਤੁਸ਼ਟ ਨਹੀਂ, ਔਰ ਮੈਂ ਕੁਛ ਅੱਗੇ ਹੋਰ ਸੋਚ ਰਿਹਾ। ਤੁਹਾਡੇ ਨਾਲ ਇਹ ਗੱਲ ਉਸ ਦਿਨ ਕੀਤੀ ਜਿਸ ਦਿਨ ਅਸਤੀਫਾ ਰਾਜਪਾਲ ਸਾਹਿਬ ਨੂੰ ਸੌਂਪਿਆ? ਹਾਂਜੀ, ਇਸ ਤਰੀਕੇ ਇੱਥੋਂ ਤੱਕ ਗੱਲ ਕੀਤੀ ਕਿ ਮੇਰੇ ਨਾਲ ਇਹ ਜੋ ਹੋਇਆ ਇਹ ਠੀਕ ਨਹੀਂ ਹੈ, ਔਰ ਮੈਂ ਕੋਈ ਅਗਲੀ ਹੋਰ ਸੋਚ ਲੈ ਕੇ ਚੱਲ ਰਿਹਾ ਹੈ ਜੀ। ਪਰਿਵਾਰਿਕ ਤੌਰ ਤੇ ਅਸੀਂ ਦੂਜੀ ਪੁਸ਼ਤ ਹੈ ਜਿਹੜੀ ਕਿ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਆ। ਜੀ ਦੱਸੋਗੇ ਥੋੜਾ ਜਿਹਾ ਆਪਣਾ ਪਰਿਵਾਰਕ ਪਿਛੋਕੜ? ਮੇਰੇ ਫਾਦਰ ਸਾਹਿਬ ਦੀ ਜਿਹੜੀ ਕੁਝ ਨੌਕਰੀ ਫੌਜ ਵਿੱਚ ਰਹੀ ਜੀ, ਕੁਝ ਨੌਕਰੀ ਉਹਨਾਂ ਦੀ ਪੈਪਸੂ ਵਿੱਚ ਰਹੀ। ਉਸ ਤੋਂ ਬਾਅਦ ਉਹਨਾਂ ਨੇ ਸਿਆਸੀ ਤੌਰ ਤੇ ਕਾਂਗਰਸ ਪਾਰਟੀ ਦੇ ਨਾਲ ਨਾਤਾ ਰੱਖਿਆ, ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਕਰੀਬੀ ਰਹੇ ਜੀ। ਉਸ ਤੋਂ ਬਾਅਦ ਸਰਦਾਰ ਹਰਚਰਨ ਸਿੰਘ ਬਰਾੜ ਦੇ ਕਰੀਬੀ ਰਹੇ। ਮੈਨੂੰ ਜਦੋਂ ਇੱਕ ਦੋ ਵਾਰੀ ਮੌਕਾ ਮਿਲਿਆ ਛੁੱਟੀਆਂ ਜਦੋਂ ਮੈਂ ਆਇਆ ਤਾਂ ਮੈਂ ਇੱਕ ਇਹੋ ਜਿਹੀ ਇਲੈਕਸ਼ਨ ਸੀ ਜਿਸ ਨੂੰ ਮੈਂ ਬਹੁਤ ਨੇੜਿਓਂ ਦੇਖਿਆ। ਉਹ 1999 ਦੀ ਲੋਕ ਸਭਾ ਇਲੈਕਸ਼ਨ ਸੀਗੀ ਜਿਸ ਵਿੱਚ ਜਗਮੀਤ ਸਿੰਘ ਬਰਾੜ ਦੀ ਜਿਹੜੀ ਸਿਆਸੀ ਲੜਾਈ ਸੀ, ਉਹ ਕੇਂਦਰ ਦੇ ਜਿਹੜੇ ਮੰਤਰੀ ਸੀ ਔਰ ਹੁਣ ਮੌਜੂਦਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਉਹਨਾਂ ਦੀ ਉਹ ਜਿਹੜੀ ਇਲੈਕਸ਼ਨ ਸੀ ਮੈਂ ਬਹੁਤ ਨੇੜਿਓਂ ਦੇਖੀ ਔਰ ਉਸ ਦੇ ਵਿੱਚ ਮੇਰਾ ਬੜਾ ਰੁਝਾਨ ਜਿਹੜਾ ਹੈਗਾ ਰਿਹਾ ਜੀ। ਸੋ ਇੱਕ ਕਾਂਗਰਸ ਦੀ ਸੋਚ ਨਾਲ ਮੈਂ ਜੁੜਿਆ ਹੋਇਆ ਸੀ। ਸੋ ਜਿਹੜਾ ਤੁਹਾਡਾ ਸਵਾਲ ਹੈ ਕਿ ਫਿਰ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਸੀ ਕਿ ਤੁਸੀਂ ਦੂਜੇ ਪਾਲੇ ਚਲੇ ਜਾਓਗੇ। ਸੋ ਮੁੱਖ ਮੰਤਰੀ ਸਾਹਿਬ ਜਿਹੜੇ ਸਾਡੇ ਹੁਣ ਫਾਰਮਰ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਜੀ ਕਾਂਗਰਸ ਪਾਰਟੀ ਵਿੱਚ ਰਹਿੰਦੇ ਜੀ ਔਰ ਇੱਕ ਸਾਈਡ ਤੇ ਬੈਠ ਕੇ ਰਹਿੰਦੇ, ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੇਰੀ ਉਹਨਾਂ ਤੋਂ ਇਲਾਵਾ ਕਿਸੇ ਹੋਰ ਲੀਡਰਸ਼ਿਪ ਬਾਰੇ ਸੋਚ ਨਹੀਂ ਸੀ। ਲੇਕਿਨ ਜਦੋਂ ਪਾਰਟੀ ਛੱਡਣ ਦਾ ਜਾਂ ਪਾਰਟੀ ਨਵਾਂ ਐਲਾਨ ਕਰਨ ਦੀ ਸੋਚ ਆਈ, ਮੇਰੀ ਕੁਦਰਤੀ ਤੌਰ ਤੇ ਔਰ ਪਰਿਵਾਰਿਕ ਤੌਰ ਤੇ ਜਿਹੜੀ ਸੋਚ ਸੀ ਉਹ ਵੱਖਰੀ ਸੀ। ਇਹ ਤੁਹਾਨੂੰ ਵੀ ਪਤਾ ਹੈ ਕਿ ਮੇਰਾ ਉਹਨਾਂ ਨਾਲ ਜਿਹੜਾ ਇੰਨੇ ਸਿਰ ਦਾ ਰਿਸ਼ਤਾ ਸੀਗਾ ਪਾਰਟੀ ਦੇ ਵਿੱਚ, ਉਸ ਕਰਕੇ ਜਿਹੜੀ ਮੌਜੂਦਾ ਕਾਂਗਰਸ ਲੀਡਰਸ਼ਿਪ ਸੀ ਉਹਦੇ ਵਿੱਚ ਮੇਰੇ ਜਿਹੜੇ ਆਪਦੇ ਪਰਸਨਲ ਰਿਲੇਸ਼ਨਸ਼ਿਪ ਸੀਗੀਆਂ ਉਹ ਬੜੀਆਂ ਔਖੀ ਕਿਸਮ ਦੀਆਂ ਮੈਂ ਸਮਝਦਾ ਸੀਗੀਆਂ ਜੀ। ਇਸ ਦੇ ਬਾਵਜੂਦ ਮੈਂ ਪਾਰਟੀ ਵਿੱਚ ਰਹਿਣਾ ਠੀਕ ਸਮਝਿਆ। ਕੋਈ ਮੈਨੂੰ ਅਹੁਦਾ ਨਹੀਂ ਮਿਲਿਆ ਉਹਨਾਂ ਦੇ ਜਾਣ ਤੋਂ ਬਾਅਦ, ਲੇਕਿਨ ਕਿਉਂਕਿ ਇੱਕ ਪਰਿਵਾਰਿਕ ਰਿਸ਼ਤਾ ਰਿਹਾ ਇਸ ਪਾਰਟੀ ਨਾਲ ਫਾਦਰ ਸਾਹਿਬ ਤੋਂ ਲੈ ਕੇ ਔਰ ਉਸ ਤੋਂ ਬਾਅਦ ਮੇਰਾ, ਮੈਂ ਸੁਭਾਵਿਕ ਤੌਰ ਤੇ ਕਾਂਗਰਸ ਪਾਰਟੀ ਨਾਲ ਹੀ ਜੁੜਿਆ ਰਹਿਣਾ ਚਾਹੁੰਦਾ ਸੀ ਜੀ। ਇਸ ਕਰਕੇ ਮੈਂ ਕਾਂਗਰਸ ਪਾਰਟੀ ਵਿੱਚ ਰਿਹਾ ਜੀ। ਪਰ ਜੋ ਇਹ 80 ਦਿਨਾਂ ਦੀ ਸਰਕਾਰ ਹੈ, ਜਿਸ ਕਾਂਗਰਸ ਪਾਰਟੀ ਦੀ ਇਹ ਸਰਕਾਰ ਹੈ, ਉਸ ਕਾਂਗਰਸ ਪਾਰਟੀ ਦਾ ਸਾਰਾ ਦਾਰੋ-ਮਦਾਰ ਜਿਹੜਾ ਹੈਗਾ ਉਹ ਇਸ ਗੱਲ ਤੇ ਹੈ ਕਿ 4.5 ਸਾਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਪਣੀ CMਸ਼ਿਪ 'ਚ ਡੱਕਾ ਨਹੀਂ ਤੋੜਿਆ। ਉਹਨਾਂ ਦੀ ਜਿਹੜੀ ਨਾਕਾਮੀਆਂ ਰਹੀਆਂ ਨੇ ਜਿਸ ਕਰਕੇ ਉਹਨਾਂ ਨੂੰ ਗੱਦੀ ਤੋਂ ਲਾਉਣਾ ਪਿਆ ਪਾਰਟੀ ਨੂੰ, ਤੇ ਜਿਸ ਕਰਕੇ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਇਹ ਹਾਲ ਹੈ। ਕੀ ਤੁਸੀਂ ਇਸ ਸਟੇਟਮੈਂਟ ਨਾਲ ਇਤਫਾਕ ਰੱਖਦੇ ਹੋ? ਕੈਪਟਨ ਸਾਹਿਬ ਦੇ ਇੰਨਾ ਕਲੋਜ਼ ਰਹੇ, ਕਿਉਂਕਿ ਜੇਕਰ ਤੁਸੀਂ ਇਹ ਨਹੀਂ ਕਹੋਗੇ ਤਾਂ ਤੁਸੀਂ ਫਿਰ ਨਾ ਇੱਧਰ ਦੇ ਨਾ ਉੱਧਰ ਦੇ। ਫਿਰ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਜਿਹੜਾ ਕਾਂਗਰਸ ਪਾਰਟੀ ਦਾ ਜਿਹੜਾ ਸਿਸਟਮ ਹੈਗਾ, ਸਾਡੀ ਜਿਹੜੀ ਨੈਸ਼ਨਲ ਪਾਰਟੀ ਹੈ ਜੀ, ਇਸ ਸਿਸਟਮ ਦੇ ਵਿੱਚ ਅਸੀਂ ਇੱਕ ਸਟੇਟ ਲੈਵਲ ਤੇ ਲੀਡਰਸ਼ਿਪ ਹੈ ਔਰ ਇੱਕ ਨੈਸ਼ਨਲ ਲੈਵਲ ਤੇ ਲੀਡਰਸ਼ਿਪ ਹੈ ਜੀ। ਔਰ ਇਹਨਾਂ ਦਾ ਜਿਹੜਾ ਆਪਸ ਦੇ ਵਿੱਚ ਇੱਕ ਕਮਿਊਨੀਕੇਸ਼ਨ ਹੈ, ਇੱਕ ਜਿਹੜਾ ਗੱਠਜੋੜ ਹੈ ਜਾਂ ਇੱਕ ਦੂਜੇ ਨਾਲ ਜਿਹੜੇ ਜੁੜੇ ਰਹਿੰਦੇ ਹੈਗੇ ਆ, ਉਹਦੀ ਮਤਲਬ 50-60 ਸਾਲਾਂ ਤੋਂ ਜਦੋਂ ਦੀ ਆਪਣਾ ਦੇਸ਼ ਆਜ਼ਾਦ ਹੋਇਆ
ਉਹ ਇੱਕ ਆਪਾਂ ਸੈੱਟ ਸਿਸਟਮ ਫੋਲੋ ਕਰਦੇ ਹਾਂ। ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਕਾਰਜਕਾਰੀ ਹੈ ਉਹ ਆਪਣੇ ਸਾਰਿਆਂ ਦੇ ਸਾਹਮਣੇ ਹੈ। ਤੁਸੀਂ ਬਤੌਰ ਪੱਤਰਕਾਰ ਰਹੇ ਹੋ, ਹੁਣ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਹੋਏ ਹੋ। ਆਪਾਂ ਨੂੰ ਇਹ ਲੇਖਾ ਜੋਖਾ ਜਿਹੜਾ ਹੈਗਾ ਇਹ ਸਭ ਦੇ ਸਾਹਮਣੇ ਰਿਹਾ ਹੈਗਾ। ਇੱਕ ਵੱਡੀ ਸੋਚ ਜਿਹੜੀ ਹੈਗੀ ਹੈ ਇਲੈਕਸ਼ਨ ਦੇ ਵਿੱਚ, ਜਦੋਂ ਆਪਣੀਆਂ ਇਲੈਕਸ਼ਨਾਂ ਆ ਰਹੀਆਂ ਸੀ ਤਾਂ ਮਈ ਜੂਨ ਦੇ ਵਿੱਚ ਕਾਂਗਰਸ ਦੀ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਹੈ ਉਹਨਾਂ ਤੱਕ ਜਿਹੜੀਆਂ ਖਬਰਾਂ ਪਹੁੰਚੀਆਂ ਜੋ ਕਿ MLA ਸਾਹਿਬਾਨਾਂ ਨੇ ਪਹੁੰਚਾਈਆਂ ਜਾਂ ਜਿਹੜੇ ਵੀ ਉਸ ਟਾਈਮ ਦੀ ਲੀਡਰਸ਼ਿਪ ਹੈਗੀ ਹੈ ਉਹਨਾਂ ਨੇ ਉੱਥੇ ਪਹੁੰਚਾਈਆਂ, ਉਸ ਨੂੰ ਲੈ ਕੇ ਕਰਮਵਾਰ 3-4 ਵਾਰੀ ਉਦੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਦਿੱਲੀ ਬੁਲਾਇਆ ਗਿਆ ਔਰ ਇੱਕ ਜਿਹੜੀ 3 ਮੈਂਬਰੀ ਕਮੇਟੀ ਗਠਿਤ ਕੀਤੀ ਉਹਦੇ ਨਾਲ ਵਿਚਾਰ ਵਟਾਂਦਰਾ ਹੋਇਆ। ਉਸ ਦੇ ਵਿੱਚ ਪੂਰੇ 4.5 ਸਾਲ ਦੀ ਸਮੀਖਿਆ ਹੋਈ ਜਿਸ ਨੂੰ ਲੈ ਕੇ ਆਪਾਂ ਗੱਲਬਾਤ ਅੱਜ ਤੁਸੀਂ ਜਿਹੜਾ ਸਵਾਲ ਪੁੱਛ ਰਹੇ ਹੋ। ਔਰ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਉਹ ਮੀਟਿੰਗਾਂ ਹੋਈਆਂ ਉਸ ਦੇ ਦੌਰਾਨ ਜਿਹੜੀਆਂ ਗੱਲਾਂ ਸਾਹਮਣੇ ਰੱਖੀਆਂ ਗਈਆਂ ਜਾਂ ਜਿਹੜੀਆਂ ਗੱਲਾਂ ਸਰਕਾਰ ਦੇ ਬਤੌਰ ਮੁੱਖ ਮੰਤਰੀ ਹੋਣ 'ਤੇ ਮੁੱਖ ਮੰਤਰੀ ਸਾਹਿਬ ਤੋਂ ਪੁੱਛੀਆਂ ਗਈਆਂ, ਮੈਂ ਸਮਝਦਾ ਕਿਤੇ ਨਾ ਕਿਤੇ ਉਹ ਉੱਥੇ ਇਹ ਇੱਕ ਸੋਚ ਜਿਹੜੀ ਹੈਗੀ ਹੈ ਉਹ ਬਣੀ, ਡਿਵੈਲਪ ਹੋਈ ਕਿ ਜੋ ਸਵਾਲ ਜਾਂ ਜੋ ਗੱਲਾਂ ਬਾਤਾਂ ਜਾਂ ਇੱਕ ਵਿਜ਼ਨ ਨੂੰ ਲੈ ਕੇ ਅੱਗੇ ਚੱਲਣਾ ਸੀ, ਉੱਥੋਂ ਇਸ ਚੀਜ਼ ਦੀ ਸ਼ੁਰੂਆਤ ਹੋਈ। ਔਰ ਉਸ ਤੋਂ ਬਾਅਦ MLA ਸਾਹਿਬਾਨਾਂ ਦੀ ਜਿਹੜੀ ਇਨਫੋਰਮੇਸ਼ਨ ਕਹਿ ਲਓ ਜਾਂ ਉਹਨਾਂ ਵੱਲੋਂ ਜੋ ਉਹਨਾਂ ਦੀਆਂ ਮਨ ਦੀਆਂ ਗੱਲਾਂ ਸੀ ਉਹਨਾਂ ਨੇ ਜਨਰਲ ਸੈਕਟਰੀ ਇੰਚਾਰਜ ਸੀ ਜਿਹੜੇ ਉਦੋਂ ਦੇ ਹਰੀਸ਼ ਰਾਵਤ ਉਹਨਾਂ ਤੱਕ ਪਹੁੰਚਾਈ। ਉਸ ਤੋਂ ਬਾਅਦ ਜੋ ਹੋਇਆ ਉਸ ਦਿਨ ਉਸ ਬਾਰੇ ਆਪਾਂ ਨੂੰ ਸਭ ਨੂੰ ਜਾਣਕਾਰੀ ਹੈਗੀ ਹੈ ਵੀ ਕੀ ਹੋਇਆ। ਪਰ ਥੋੜਾ ਜਿਹਾ ਮੇਰਾ ਸਵਾਲ ਥੋੜਾ ਜਿਹਾ ਸਿਆਸੀ ਜਾਂ ਸਿੱਧਾ ਇਸ ਕਰਕੇ ਹੈ, ਸਿੱਧਾ ਜਵਾਬ ਮੈਂ ਐਕਸਪੈਕਟ ਇਸ ਕਰਕੇ ਕਰ ਰਿਹਾ ਕਿਉਂਕਿ ਚੋਣਾਂ ਦਾ ਸਮਾਂ ਆ ਗਿਆ ਹੈ। ਅੱਜ ਤੋਂ 2 ਮਹੀਨੇ 3 ਮਹੀਨੇ ਪਹਿਲਾਂ ਆਪਾਂ ਇਹੀ ਗੁਫ਼ਤਗੂ ਕਰਦੇ ਹੁੰਦੇ ਤਾਂ ਇਸੇ ਤਰ੍ਹਾਂ ਆਪਾਂ ਆਸਾਨੀ ਨਾਲ ਇਸ ਨੂੰ ਡਾਈਜੈਸਟ ਕਰ ਸਕਦੇ ਸੀ, ਪਰ ਅੱਜ ਤੁਹਾਨੂੰ ਲਾਈਨ ਫੜਨੀ ਪੈਣੀ ਹੈ। ਅੱਜ ਜੇਕਰ ਪੰਜਾਬ ਦੇ ਚੋਟੀ ਦੇ ਜਿਹੜੇ ਕੈਬਨਿਟ ਮੰਤਰੀ ਨੇ, ਭਾਵੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਕਰੀਏ, ਭਾਵੇਂ ਡਿਪਟੀ ਮੁੱਖ ਮੰਤਰੀ ਜਿਹੜੇ ਨੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ ਗੱਲ ਕਰੀਏ, ਤਾਂ ਉਹ ਹਮਲਾਵਰਾਨਾ ਰੁਖ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਅਪਣਾਇਆ ਹੋਇਆ ਹੈ। ਖਾਸ ਕਰ ਜਦੋਂ ਤੋਂ ਕੈਪਟਨ ਸਾਹਿਬ ਨੇ ਆਪਣੀ ਪਾਰਟੀ ਅਨਾਉਂਸ ਕਰ ਦਿੱਤੀ ਹੈ ਤੇ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾਉਣ ਦੀਆਂ ਲਗਭਗ ਤਿਆਰੀਆਂ ਹੋ ਚੁੱਕੀਆਂ ਨੇ, ਤਾਂ ਤੁਸੀਂ ਸਿੰਗਲ ਲਾਈਨ ਨਹੀਂ ਲੈ ਰਹੇ ਮੇਰੇ ਖਿਆਲ। ਨਰਿੰਦਰ ਜੀ ਗੱਲ ਇਸ ਤਰ੍ਹਾਂ ਹੈ ਕਿ ਮੈਂ ਤਾਂ ਪਹਿਲਾਂ ਹੀ ਇਹ ਗੱਲ ਤੁਹਾਨੂੰ ਸ਼ੁਰੂਆਤ ਕੀਤੀ ਕਿ ਉਦੋਂ ਰਾਜਾ ਵੜਿੰਗ ਜੀ MLA ਸੀਗੇ ਜੀ ਔਰ ਸੁਖਜਿੰਦਰ ਰੰਧਾਵਾ ਜੀ ਕੈਬਨਿਟ ਮੰਤਰੀ ਸੀ। ਹੁਣ ਸਾਡੇ ਡਿਪਟੀ CM ਹੈ, ਉਹ ਕੈਬਨਿਟ ਮਿਨਿਸਟਰ ਹੈ ਰਾਜਾ ਵੜਿੰਗ ਜੀ। ਇਹ ਜਿਹੜੀ ਤਬਦੀਲੀ ਆਈ ਹੈਗੀ ਹੈ ਸੋਚ ਦੇ ਵਿੱਚ, ਇੱਕ ਨਾਰਮਲ ਗੱਲ ਹੈਗੀ ਹੈ ਕਿ ਜਦੋਂ ਕੋਈ ਬੰਦਾ ਵਿਰੋਧੀ ਧਿਰ ਬਣ ਜਾਂਦਾ ਹੈ, ਪਹਿਲਾਂ ਪਾਰਟੀ ਦੇ ਵਿੱਚ ਜਿਹਨੇ 40-50 ਸਾਲ ਬਿਤਾਏ ਹੋਣ, ਜਦੋਂ ਵਿਰੋਧੀ ਧਿਰ ਬਣ ਕੇ ਖੜਦਾ, ਇੱਕ ਸੁਭਾਵਿਕ ਗੱਲ ਹੈ ਕਿ ਸੱਤਾਧਾਰੀ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੋਊਗੀ ਉਸ ਦਾ ਫਰਜ਼ ਵੀ ਬਣਦਾ ਹੋਊਗਾ ਔਰ ਜ਼ਰੂਰਤ ਵੀ ਹੋਊਗੀ ਕਿ ਉਹ ਇਹ ਜਿਹੜੀ ਵਿਰੋਧੀ ਧਿਰ ਜਿਹੜੀ ਪੇਸ਼ ਹੋਣ ਜਾ ਰਹੀ ਹੈ ਜਾਂ ਅੱਗੇ ਉੱਭਰ ਕੇ ਨਿਕਲਣਾ ਚਾਹ ਰਹੀ ਹੈ ਉਸ ਨੂੰ ਸਾਹਮਣਾ ਕਰਨਾ ਔਰ ਉਸ ਦੇ ਬਾਰੇ ਜਿਸ ਕਿਸਮ ਦਾ ਹਮਲਾਵਰ ਰੁਖ ਤੁਸੀਂ ਗੱਲ ਕੀਤੀ ਹੈ ਉਹ ਅਪਣਾਉਣਾ, ਇਹ ਇੱਕ ਸੁਭਾਵਿਕ ਗੱਲ ਹੈ, ਦਸਤੂਰ ਹੈਗਾ। ਸੋ ਮੈਂ ਆਪਦਾ ਜਿਹੜਾ ਜਵਾਬ ਹੈ ਮੈਂ ਪੂਰਾ ਕਰ ਲੈਣਾ ਜੀ ਪਲੀਜ਼। ਜਿਹੜੀਆਂ ਗੱਲਾਂ ਬਤੌਰ ਟਰਾਂਸਪੋਰਟ ਮੰਤਰੀ ਅੱਜ ਰਾਜਾ ਵੜਿੰਗ ਜੀ ਕਰ ਰਹੇ ਹੈਗੇ ਆ, ਉਹ ਵਾਲੀ ਸੋਚ ਜਿਹੜੀ ਸੀਗੀ ਉਹ ਕਿਉਂ ਨਹੀਂ ਅਪਣਾਈ ਗਈ, ਇਸ ਗੱਲ ਨੂੰ ਲੈ ਕੇ ਰਾਜਾ ਵੜਿੰਗ ਲਗਾਤਾਰ ਗੱਲ ਕਰਦੇ ਆ। ਐਜ਼ ਅ ਹੋਮ ਮਿਨਿਸਟਰ, ਐਜ਼ ਅ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੀ ਔਰ ਕੋਆਪਰੇਟਿਵ ਮਿਨਿਸਟਰ ਵੀ ਹੈਗੇ ਆ, ਜਿਹੜੀਆਂ ਚੀਜ਼ਾਂ ਉਹ ਹੁਣ ਕੋਸ਼ਿਸ਼ ਕਰਨ ਲੱਗੇ ਵੀ ਹੈਗੇ ਔਰ ਬੜੀ ਸੰਜੀਦਗੀ ਨਾਲ ਕੋਸ਼ਿਸ਼ ਕਰ ਰਹੇ ਹੈਗੇ ਆ, ਉਹੀ ਗੱਲਾਂ ਨੂੰ ਲੈ ਕੇ ਉਹ ਗੱਲਾਂ ਕਰ ਰਹੇ ਹੈਗੇ ਆ। ਸੋ ਹੁਣ ਆ ਜਾਓ ਪਰਫਾਰਮੈਂਸ ਦੀ ਗੱਲ ਜੀ। ਪਰਫਾਰਮੈਂਸ ਜਦੋਂ ਵੀ ਕੋਈ ਹੁੰਦੀ ਹੈ ਉਹ ਕੰਪੇਅਰ ਹੁੰਦੀ ਹੈ। ਤੁਸੀਂ ਇੱਕ ਸਾਈਡ ਤੇ ਗੱਲ ਕਰੀ ਚਲੋ ਮੈਂ ਆਹ ਕੀਤਾ, ਉਹਨਾਂ ਚਿਰ ਪਤਾ ਨਹੀਂ ਲੱਗਦਾ ਜਿੰਨਾ ਚਿਰ ਇੱਕ ਬਰਾਬਰ ਦਾ ਕੰਪੀਟੀਸ਼ਨ ਜਾਂ ਇੱਕ ਬਰਾਬਰ ਦਾ ਤੁਹਾਨੂੰ ਲੀਡਰ ਨਹੀਂ ਮਿਲਦਾ। ਜਦੋਂ ਮੁੱਖ ਮੰਤਰੀ ਬਦਲੇ ਗਏ ਔਰ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਏ, ਤੁਸੀਂ ਇਹਨਾਂ ਦੀ ਪਿਛਲੇ 90 ਜਾਂ 80-85 ਦਿਨ ਦੀ ਕਾਰਜਕਾਰੀ ਜਿਹੜੀ ਹੈਗੀ ਆ ਉਹ ਆਪਣੇ ਸਾਹਮਣੇ ਆਉਂਦੀ ਹੈ ਔਰ ਉਸ ਦੇ ਵਿੱਚ ਜਿਹੜੇ ਲਗਾਤਾਰ ਫੈਸਲੇ ਲਏ ਉਹ ਤਾਂ ਇੱਕ ਗੱਲ ਹੈ ਜੀ। ਅੱਜ ਤਾਂ ਇਹ ਚਰਚਾ ਦਾ ਹਿੱਸਾ ਬਣ ਗਿਆ ਜੀ ਕਿ ਉਹ ਐਲਾਨ ਕਰ ਰਿਹਾ। ਨੀਲਿੰਦਰ ਜੀ, ਐਲਾਨ ਨਹੀਂ ਹੋ ਰਹੇ। ਐਲਾਨਾਂ ਨੂੰ ਜਿਹੜਾ ਅਮਲੀ ਜਾਮਾ ਪਹਿਨਾਇਆ ਜਾ ਰਿਹਾ, ਆਪਾਂ ਉਸ ਗੱਲ ਨੂੰ ਅੱਗੇ ਨਹੀਂ ਲੈ ਕੇ ਆ ਰਹੇ। ਇੱਕ ਵਿਸ਼ਵਾਸ ਜਿਹੜਾ ਹੈਗਾ
ਇਸ ਮੁੱਖ ਮੰਤਰੀ ਵਿੱਚ ਲੋਕ ਕਰਨ ਲੱਗ ਪਏ ਹੈ। ਤੁਸੀਂ ਜੇ ਸਿਆਸਤ ਦੇਖੋ ਕਾਂਗਰਸ ਪੰਜਾਬ ਦੀ, ਤਾਂ ਤਕਰੀਬਨ ਮੁੱਖ ਮੰਤਰੀਆਂ ਪਾਰਟੀਆਂ ਤਾਂ ਬਦਲਦੀਆਂ ਰਹੀਆਂ, ਕਿਤੇ ਅਕਾਲੀ ਦਲ ਆ ਗਏ, ਕਿਤੇ ਕਾਂਗਰਸ ਆ ਗਈ, ਕਿਤੇ ਕੋਲੀਸ਼ਨ ਵੀ 1-2 ਵਾਰੀ ਆਈ, ਲੇਕਿਨ ਤਕਰੀਬਨ ਜਿਹੜੇ ਮੁੱਖ ਮੰਤਰੀ ਬਣੇ ਉਹ ਤਕਰੀਬਨ ਸਰਮਾਏਦਾਰ ਪਰਿਵਾਰਾਂ ਵਾਲੇ ਬਣੇ, ਇੱਕ ਅੱਧੇ ਮੁੱਖ ਮੰਤਰੀ ਸਾਹਿਬ ਨੂੰ ਛੱਡ ਕੇ। ਜੀ ਪਹਿਲੀ ਵਾਰ ਗਿਆਨੀ ਜ਼ੈਲ ਸਿੰਘ ਤੋਂ ਬਾਅਦ ਪਹਿਲੀ ਵਾਰ ਮੈਂ ਮਹਿਸੂਸ ਕਰਦਾ ਕਿ ਇੱਕ ਮੁੱਖ ਮੰਤਰੀ ਇਹੋ ਜਿਹਾ ਬਣਿਆ ਜਿਹੜਾ ਇੱਕ ਆਮ ਪਰਿਵਾਰ ਚੋਂ ਉੱਠ ਕੇ ਬਣਿਆ, ਔਰ ਉਸ ਇਨਸਾਨ ਨੇ ਪਿਛਲੇ 80 ਦਿਨਾਂ ਦੇ ਵਿੱਚ ਕੋਈ 16 ਤੋਂ 18 ਘੰਟੇ ਮੈਂ ਮੰਨਦਾ ਵੀ ਜਿਹੜਾ ਉਹ ਰੋਜ਼ ਦਾ ਕੰਮ ਕਰਦੇ ਆ, ਉਹਨਾਂ ਨੇ ਇੱਕ ਇਸ ਕਿਸਮ ਦਾ ਕੰਪੈਰੀਜ਼ਨ ਕਰਤਾ ਹੈ ਕਿ ਜਿਸ 'ਚ ਵਾਕਿਆ ਤੁਹਾਨੂੰ ਅੱਜ ਇਹ 80 ਦਿਨ ਜਿਹੜੇ ਹੈਗੇ ਆ, ਇਸ ਦੇ ਵਿੱਚ ਇਹ ਮਹਿਸੂਸ ਹੁੰਦਾ ਕਿ ਬਹੁਤ ਕੰਮ ਹੋਇਆ ਇਨ ਕੰਪੈਰੀਜ਼ਨ ਮੈਂ 4.5 ਸਾਲ। ਮੈਂ ਬਿਲਕੁਲ ਤੁਸੀਂ ਬਿਲਕੁਲ ਉਸੇ ਥਾਂ ਤੇ ਪਹੁੰਚੇ ਹੋ ਜਿੱਥੇ ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਆਪਾਂ ਆ ਜਾਈਏ। ਹੁਣ ਤੁਸੀਂ ਜ਼ਿਆਦਾ ਜਦੋਂ ਚੋਣਾਂ 'ਚ ਕੁੱਦਣ ਜਾਣਾ ਹੈ, ਹਲਕਾ ਦਾਖਾ 'ਚ ਤੁਸੀਂ ਮਿਹਨਤ ਕਰ ਰਹੇ ਹੋ, ਅਸੀਂ ਵੀ ਗਰਾਊਂਡ ਰਿਪੋਰਟ ਉੱਥੇ ਜਾ ਕੇ ਲੈ ਕੇ ਆਏ ਆ, ਤੁਹਾਡਾ ਨਾਮ ਵੀ ਵੱਜਦਾ ਹੈ ਉੱਥੇ। ਲੋਕ ਐਕਸਪੈਕਟ ਕਰਦੇ ਨੇ ਕਿ ਤੁਸੀਂ ਸ਼ਾਇਦ ਦੁਬਾਰਾ ਕੰਟੈਸਟ ਕਰੋਗੇ ਪਾਰਟੀ ਦੀ ਟਿਕਟ ਤੋਂ। ਕਾਂਗਰਸੀ ਜਿਹੜੇ ਉੱਥੋਂ ਦੇ ਤੁਹਾਡੇ ਨਾਲ ਜੁੜੇ ਹੋਏ ਨੇ, ਤੁਸੀਂ ਕੰਮ ਕੀਤਾ ਹੈ, ਤੁਸੀਂ ਹੁਣ ਉਹ 4.5 ਸਾਲ ਜਿਹੜੇ ਪਿਛਲੇ ਸੀ ਉਹ ਲੈ ਕੇ ਜਾਓਗੇ ਜਾਂ ਇਹ 80 ਦਿਨ ਲੈ ਕੇ ਜਾਓਗੇ? ਹੁਣ ਇਹ ਗੱਲ ਖੜੀ ਹੋ ਗਈ ਹੈ, ਜੇਕਰ ਇਹ 80 ਦਿਨ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਕਹਿਣਾ ਪੈਣਾ ਕਿ ਉਹ 4.5 ਦਿਨ ਜਿਹੜੇ ਹੈਗੇ, 4.5 ਸਾਲ ਜਿਹੜੇ ਹੈਗੇ ਉਹ ਇੱਕ ਨਲਾਇਕ ਮੁੱਖ ਮੰਤਰੀ ਦੇ ਸੀ, ਕਹਿਣਾ ਪੈਣਾ ਹੈ। ਜੇ ਤੁਸੀਂ ਕਹਿੰਦੇ ਹੋ ਕਿ ਉਹ ਵੀ ਲਾਇਕ ਸੀ, ਇਹ ਵੀ ਲਾਇਕ ਸੀ, ਉੱਥੇ ਸਿਆਸੀ ਤੌਰ ਤੇ ਲੱਗਦਾ ਕਿ ਤੁਸੀਂ ਗੁੱਡ ਬੁੱਕ 'ਚ ਤਾਂ ਸਾਰਿਆਂ ਦੀ ਰਹੋਗੇ ਪਰ ਮਾਤ ਖਾ ਸਕਦੇ ਹੋ, ਮੈਨੂੰ ਮਹਿਸੂਸ ਹੁੰਦਾ। ਨਿਰੰਦਰ ਜੀ, ਮੇਰੀ ਰਾਜਨੀਤੀ ਦਾ ਹਿੱਸਾ, ਮੇਰੀ ਰਾਜਨੀਤੀ ਬੜੀ ਇੱਕ ਛੋਟੀ ਜੀ ਪਾਰੀ ਬਣੀ ਹੈ। ਪਹਿਲਾਂ ਮੈਂ ਰਾਜਨੀਤਿਕ ਤੌਰ ਤੇ ਪਿੱਛੋਂ ਬੈਠ ਕੇ ਕੰਮ ਕਰਦਾ ਰਿਹਾ ਜੀ। ਮੈਂ 2 ਸਾਲ ਰਾਜਨੀਤੀ ਕੀਤੀ ਹੈਗੀ ਹੈ ਦਾਖਾ ਹਲਕਾ ਵਿੱਚ ਬੈਠ ਕੇ। ਕੋਈ ਇਹੋ ਜਿਹਾ ਦਿਨ ਨਹੀਂ ਲੰਘਦਾ ਜਿਸ ਦਿਨ ਮੇਰੇ ਤੇ ਮੌਜੂਦਾ ਐਮਐਲਏ ਹਮਲਾ ਨਹੀਂ ਕਰਦਾ ਜੀ। ਜ਼ਿੰਦਗੀ ਦੇ ਵਿੱਚ ਤਰੀਕੇ 2 ਹੁੰਦੇ ਆ ਕੰਮ ਕਰਨ ਦੇ, ਹਰ ਇੱਕ ਇਨਸਾਨ ਦੇ ਆ ਜੀ। ਕੋਈ ਆਪਦੀ ਲਕੀਰ ਲੰਬੀ ਕਰਕੇ ਕਰਦਾ ਜੀ, ਕੋਈ ਦੂਜੀ ਦੀ ਲਕੀਰ ਛੋਟੀ ਕਰਕੇ ਕਰਦਾ। ਕਿਸੇ ਨੂੰ ਨਿੰਦਣਾ ਜਾਂ ਕਿਸੇ ਬਾਰੇ ਸਿਆਸੀ ਤੌਰ ਤੇ, ਮੈਂ 2 ਸਾਲਾਂ ਦੇ ਵਿੱਚ ਮੈਂ ਮਨਪ੍ਰੀਤ ਯਾਲੀ ਦੇ ਨੂੰ ਮੈਂ ਨਿੰਦਣ ਦੀ ਕਿਤੇ ਕੋਸ਼ਿਸ਼ ਨਹੀਂ ਕੀਤੀ ਜੀ। ਪਿੱਛੇ ਜੇ ਉਹਦੇ ਤੇ ਰੇਡਸ ਪਈਆਂ, ਲੋਕਾਂ ਨੇ ਮੈਨੂੰ ਇਨਫੋਰਮੇਸ਼ਨਾਂ ਲਿਆ ਕੇ ਸਾਹਮਣੇ ਰੱਖੀਆਂ, ਮੈਂ ਮਹਿਸੂਸ ਕੀਤਾ ਕਿ ਮੇਰਾ ਇਸ ਦਾ ਮੇਰੀ ਸਿਆਸੀ ਜੀਵਨ ਨਾਲ ਕੋਈ ਲੈਣਾ ਦੇਣਾ ਨਹੀਂ। ਮੈਂ ਲੋਕਾਂ 'ਚ ਉਹੀ ਦੱਸਾਂ ਜੋ ਮੈਂ ਕਰ ਸਕਦਾ, ਉਹਦੇ ਨਾਲ ਜੋ ਹੋਇਆ ਜਾਂ ਉਹ ਕਰ ਰਿਹਾ ਜਾਂ ਉਹ ਕਰਨਾ ਚਾਹੁੰਦਾ, ਉਸ ਨੂੰ ਮੈਂ ਅੱਗੇ ਲੈ ਕੇ ਨਹੀਂ ਆਪਦੀ ਸਿਆਸਤ ਕਰਨੀ। ਤੁਸੀਂ ਨਲਾਇਕ ਜਾਂ ਲਾਇਕ ਮੰਤਰੀ ਦੀ ਗੱਲ ਕੀ, ਮੁੱਖ ਮੰਤਰੀ ਦੀ ਗੱਲ ਕੀਤੀ, ਮੇਰੇ ਖਿਆਲ 'ਚ ਜਿਹੜੀ ਪਿਛਲੇ 7-8-10 ਮਿੰਟਾਂ 'ਚ ਮੈਂ ਸਾਰੀ ਗੱਲ ਤੁਹਾਡੇ ਅੱਗੇ ਰੱਖੀ ਹੈ ਜੀ, ਉਹਦੇ 'ਚ ਬੜੇ ਸੱਚਾਈ ਨਾਲ, ਬੜੀ ਕਲੈਰਿਟੀ ਨਾਲ ਇਹ ਗੱਲ ਰੱਖੀ ਹੈ ਕਿ ਪਿਛਲੇ 80 ਦਿਨਾਂ ਦੇ ਵਿੱਚ ਜਿਸ ਕਿਸਮ ਦੇ ਨਾਲ ਕੰਮ ਹੋਏ ਹੈ, ਜਿਸ ਤਰੀਕੇ ਨਾਲ ਕੰਮ ਹੋਏ ਹੈ, ਉਸ ਦਾ ਵਾਕਿਆ ਹੀ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਦਾ ਅਵੇਲੇਬਿਲਿਟੀ, ਮੁੱਖ ਮੰਤਰੀ ਦੀ ਹਰ ਥਾਂ ਤੇ ਪਹੁੰਚ, ਸੰਜੀਦਗੀ ਨਾਲ ਇਸ਼ੂਜ਼ ਨੂੰ ਹੈਂਡਲ ਕਰਨਾ, ਔਰ ਜਿਹੜੇ ਐਲਾਨ ਕਰਕੇ ਉਹਨਾਂ ਨੂੰ ਬਿਜਲੀ ਸਸਤੀ ਕਰਨੀ 3 ਰੁਪਏ, 2 ਕਿਲੋ ਵਾਟ ਦੇ ਜਿਹੜੇ ਬਕਾਇਆ ਸੀ ਮਾਫ ਕਰਨੇ, ਰੇਤਾ, ਮੈਂ ਕੱਲ ਪਰਸੋਂ ਕਿਤੇ ਆਪਦੇ ਪਿੰਡ 'ਚ ਦੇ ਰਿਹਾ ਸੀ, ਇੱਕ ਗੱਲ ਸਪੀਚ ਦੇ ਰਿਹਾ ਸੀ, ਉੱਥੇ ਮੈਂ ਬੋਲਿਆ, ਮੈਂ ਕਿਹਾ ਜਿਹੜੀ ਟਰਾਲੀ ਪਹਿਲਾਂ 20-22 ਹਜ਼ਾਰ ਦੀ ਹੁੰਦੀ ਸੀ, ਅੱਜ ਕੱਲ ਉਹ 10 ਹਜ਼ਾਰ ਤੇ ਆ ਗਈ ਹੈ। ਮੇਰੇ ਨਾਲ ਜਿਹੜੇ ਖੱਬੇ ਪਾਸੇ ਸਰਪੰਚ ਸਾਹਿਬ ਖੜੇ ਸੀ, ਕਹਿੰਦੇ ਜੀ ਨਹੀਂ 7500 ਦੀ ਰਹਿ ਗਈ ਹੈ ਜੀ। ਜੇ ਇਹ ਐਲਾਨ ਹੋਏ, ਉਹਦਾ ਜਿਹੜਾ ਨਤੀਜਾ ਹੈ ਉਹਦੇ ਬਾਰੇ ਤੁਹਾਡੇ ਸਾਹਮਣੇ ਮੈਂ ਡਿਸਕਸ ਕਰ ਰਿਹਾ। ਸੋ ਓਬਵੀਅਸਲੀ ਇਹ ਕਹਿਣ ਦੇ ਵਿੱਚ ਕੋਈ ਹਰਜ ਹੀ ਨਹੀਂ ਹੋਊਗਾ ਕਿ ਮੈਂ ਜਦੋਂ ਹੁਣ ਵੀ ਹਲਕੇ ਦਾਖੇ 'ਚ ਜਾਣਾ, ਗੱਲ ਕਰਨਾ, ਮੈਂ ਮੌਜੂਦਾ ਮੁੱਖ ਮੰਤਰੀ ਦੀਆਂ ਜਿਹੜੀਆਂ ਕਾਰਜਕਾਰੀ ਹੈ, ਜਿਹੜੀ ਉਹ ਕੰਮ ਕਰ ਰਿਹਾ, ਜਿਹੜੇ ਉਹਨਾਂ ਨੇ ਐਲਾਨ ਕੀਤੀ ਹੈ, ਜਿਹੜੇ ਐਲਾਨ ਤੋਂ ਬਾਅਦ ਉਹ ਅਸੀਂ ਅੱਗੇ ਉਹਨਾਂ ਨੂੰ ਜਿਹਨੂੰ ਕਹਿ ਲੈਂਦੇ ਆ ਵੀ ਅਮਲੀ ਰੂਪ ਦੇ ਵਿੱਚ ਉਹਨਾਂ ਧਾਰਨਾ ਵੀ ਕਰ ਲਈ ਹੈਗੀ ਹੈ, ਮੈਂ ਉਸ ਦੀ ਹੀ ਚਰਚਾ ਕਰਦਾ। ਸੋ ਜਦੋਂ ਮੈਂ ਇਸ ਗੱਲ ਦੀ ਚਰਚਾ ਕਰਦਾ, ਇਸ ਦਾ ਮਤਲਬ ਇਹੀ ਹੋਇਆ ਕਿ ਮੇਰਾ ਜਿਹੜਾ ਫੋਕਸ ਹੈ ਔਰ ਜਿਹੜੀ ਲੋਕਾਂ ਦੀ ਜਿਹੜੀ ਸੋਚ ਹੈ ਉਹ ਵਾਕਿਆ ਹੀ ਇਸ 80 ਦਿਨ ਦੀ ਕਾਰਜਕਾਰੀ ਨਾਲ ਜੁੜੀ ਹੋਈ ਹੈ, ਨਾ ਕਿ ਪਿਛਲੇ 4.5 ਸਾਲ ਦੀ ਕਾਰਜਕਾਰੀ। ਸੰਧੂ ਸਾਹਿਬ, ਤੁਸੀਂ ਖੁਦ ਕਿਹਾ ਕਿ ਤੁਸੀਂ ਹੁਣ ਤੱਕ ਬੈਕ ਸੀਟ ਤੇ ਸੀਗੇ, 2 ਸਾਲਾਂ ਤੋਂ ਹੀ ਤੁਸੀਂ ਜਿਹੜੀ ਸਿਆਸਤ ਦੀ ਫਰੰਟ ਸੀਟ ਤੇ ਆਏ ਹੋ, ਜਦੋਂ ਤੁਸੀਂ ਹਲਕਾ ਦਾਖਾ ਦੇ ਵਿੱਚ ਸਰਗਰਮ ਹੋਏ ਹੋ। ਤੁਹਾਡੀ ਬੈਕ ਸੀਟ ਜਿਹੜੀ ਹੈਗੀ ਆ ਉਹ ਬੜੇ ਭੇਦ ਰੱਖਦੀ ਹੈ, ਉਹਨੂੰ ਬਹੁਤ ਭੇਦ ਨੇ। ਤੁਸੀਂ ਖੁਦ ਕਿਹਾ ਕਿ 80 ਦਿਨਾਂ ਦਾ ਮੁੱਖ ਮੰਤਰੀ ਜਿਹੜੀ ਅਵੇਲੇਬਿਲਿਟੀ ਚੰਨੀ ਸਾਹਿਬ ਨੇ ਦਿਖਾਈ ਹੈ, ਪਰ ਇਹਦਾ ਜਿਹੜਾ ਐਡਵਰਸ ਜਿਹੜਾ ਆਪਾਂ ਦੇਖਦੇ ਹਾਂ, ਪਾਸਾ ਦੇਖਦੇ ਹਾਂ, ਦੂਜਾ ਪਹਿਲੂ ਦੇਖਦੇ ਹਾਂ, ਤਾਂ ਉਹ ਦਿਖਦਾ ਹੈ ਕਿ
ਜਿਹੜਾ ਮੁੱਖ ਮੰਤਰੀ ਅਵੇਲੇਬਲ ਨਹੀਂ ਸੀ ਤਾਂ ਉਹ ਅਵੇਲੇਬਲ ਕਿਉਂ ਨਹੀਂ ਸੀ, ਉਹ ਕੀ ਕਰਦਾ ਹੁੰਦਾ ਸੀ। ਇਹ ਮੈਂ ਗੱਲਾਂ ਇਸ ਕਰਕੇ ਕਰ ਰਿਹਾ ਕਿਉਂਕਿ ਜਦੋਂ ਅਸੀਂ ਇਸ ਤਰ੍ਹਾਂ ਦੀ ਤੁਹਾਡੇ ਵਰਗੀ ਸ਼ਖਸੀਅਤ ਦੇ ਨਾਲ ਗੱਲਬਾਤ ਕਰ ਰਹੇ ਹੁੰਦੇ ਆ, ਜਿਹਨੂੰ ਅੰਦਰ ਦੇ ਬਹੁਤ ਭੇਤ ਪਤਾ ਹੁੰਦੇ ਨੇ, ਜਿਹੜਾ ਪਬਲਿਕਲੀ ਭਾਵੇਂ ਇੰਨਾ ਜ਼ਿਆਦਾ ਜਿਹੜਾ ਐਕਸੈਸਿਬਲ ਨਾ ਹੋਏ, ਜਿਹੜਾ ਪੋਲੀਟੀਸ਼ੀਅਨ ਜਾਂ ਉਸ ਕਿਚਨ ਕੈਬਨਿਟ ਦਾ ਬੰਦਾ, ਪਰ ਜਦੋਂ ਉਹ ਸਾਹਮਣੇ ਆਉਂਦਾ ਤਾਂ ਲੋਕ ਹੁਣ ਵੀ ਦਰਸ਼ਕ ਹੋ ਸਕਦਾ ਸੋਚ ਰਹੇ ਹੋਣ ਕਿ ਵੀ ਮੇਰੇ ਬਾਰੇ ਸੋਚ ਰਹੇ ਹੋਣ ਕਿ ਮੈਂ ਇਹ ਸਵਾਲ ਵੀ ਕਰ ਲਾਂ, ਮੈਂ ਉਹ ਸਵਾਲ ਵੀ ਕਰ ਲਾਂ, ਮੈਂ ਮੈਡਮ ਅਰੂਸਾ ਆਲਮ ਬਾਰੇ ਵੀ ਕਰ ਲਾਂ, ਅੰਦਰ ਕੀ ਹੁੰਦਾ ਸੀ, ਕਿਸ ਤਰ੍ਹਾਂ ਦੀਆਂ ਪਾਰਟੀਆਂ ਹੁੰਦੀਆਂ ਸੀ, ਕੌਣ ਕੌਣ ਉੱਥੇ ਚਮਚੀ ਮਾਰਦਾ ਸੀ, ਕੌਣ ਕੌਣ ਉੱਥੇ ਕੀ ਕੀ ਕਰਦਾ ਸੀ। ਖੈਰ ਇਹਨਾਂ ਨੂੰ ਮੈਂ ਕਿਸੇ ਹੋਰ ਗੱਲਬਾਤ ਦਾ ਵਿਸ਼ਾ ਮੰਨ ਕੇ ਚੱਲ ਰਿਹਾ, ਆਪਾਂ ਕਦੇ ਫੇਰ ਕਰਾਂਗੇ। ਪਰ ਹੁਣ ਜਿਹੜੀ ਇੱਕ ਮਹੱਤਵਪੂਰਨ ਗੱਲ ਮੈਂ ਤੁਹਾਨੂੰ ਪੁੱਛਣ ਜਾ ਰਿਹਾ, ਜੇਕਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਇੰਟਰੋਡਿਊਸ ਕੀਤੀ ਹੈ ਪੋਲ ਇੰਜੀਨੀਅਰਿੰਗ, ਇਲੈਕਸ਼ਨ ਇੰਜੀਨੀਅਰਿੰਗ, ਜਿੱਦਾਂ ਦੀਆਂ ਉਹਨਾਂ ਨੇ ਇਲੈਕਸ਼ਨਾਂ ਲੜੀਆਂ ਨੇ ਆਪਣੀਆਂ, ਜਦੋਂ ਤੋਂ ਉਹ ਥੋੜਾ ਜਿਹਾ ਸਰਗਰਮ ਹੋਏ ਨੇ 2007 ਜਦੋਂ ਉਹ ਜਿੱਤਦੇ ਨੇ, ਉਹਨਾਂ ਦੇ ਬਲਬੂਤੇ ਕਿਹਾ ਜਾਂਦਾ ਕਿ 7 ਦੀ ਜਿੱਤ ਸੀ। ਜੇਕਰ ਉਹਦੇ ਦੂਜੇ ਪਾਸੇ ਫਿਰ ਪਲਟੀ ਮਾਰੀ ਆ ਕੇ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ, ਤਾਂ ਉਸ ਜਿੱਤ ਦੇ ਵਿੱਚ ਉਸ ਟੈਕਨੀਕੈਲਿਟੀਜ਼ ਦੀ ਜਿਹੜੀ ਇੰਟਰੋਡਕਸ਼ਨ ਹੈ, ਜਿਨ੍ਹਾਂ ਲੋਕਾਂ ਨੇ ਕੀਤੀ ਹੈ, ਜਿਨ੍ਹਾਂ ਨੇ ਐਗਜ਼ੀਕਿਊਟ ਕੀਤੀ ਹੈ, ਉਹ ਸਾਰੀ ਚੀਜ਼ ਜਿਹੜੀ ਹੈ, ਇਲੈਕਸ਼ਨ ਕਿੱਦਾਂ ਜਿੱਤਣੀ ਹੈ, ਕਿੱਦਾਂ ਵਿਸਾਤ ਵਿਛਾਣੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਟੈਕਨੋਲੋਜੀ ਦੇ ਸਿਰ ਦੇ ਉੱਤੇ, ਤੁਸੀਂ ਉਹਦਾ ਇੱਕ ਵੱਡਾ ਜਿਹੜਾ ਹੈਗਾ ਝੰਡਾ ਬਰਦਾਰ ਰਹੇ ਹੋ, ਤੁਸੀਂ ਵੱਡਾ ਜਿਹੜਾ ਹੈਗਾ ਉਸ ਦੇ ਵਿੱਚ ਤੁਹਾਡਾ ਨਾਮ ਹੈ। ਪਰ ਕੀ ਇਹ ਐਕਸਪਰਟੀਜ਼ ਜਿਹੜੀ ਤੁਹਾਨੂੰ ਮਿਲ ਗਈ ਹੈ, ਤੁਹਾਡਾ ਪੁਰਾਣਾ ਜਿਹੜਾ ਹੈਗਾ ਮਰਚੈਂਟ ਨੇਵੀ ਦੀ ਬੈਕਗਰਾਊਂਡ ਹੈ ਜਾਂ ਜੋ ਵੀ ਤੁਹਾਡਾ ਸਾਰਾ ਕੁਝ ਹੈ, ਕੀ ਉਸ ਦਾ ਲਾਭ ਹੁਣ ਜਿਹੜੀ ਮੌਜੂਦਾ ਕਾਂਗਰਸ ਪਾਰਟੀ ਹੈ ਉਹ ਚੁੱਕ ਰਹੀ ਹੈ? ਤੁਸੀਂ ਉਹ ਸਰਵਿਸਿਜ਼ ਦੇ ਰਹੇ ਹੋ, ਉਸ ਐਕਸਪਰਟੀਜ਼ ਦਾ ਜਿਹੜਾ ਹੈਗਾ ਕੀ ਹਿੱਸਾ ਰਹੇਗਾ ਹੁਣ ਦੀ ਕੈਂਪੇਨ ਦੇ ਵਿੱਚ? ਨਲਿੰਦਰ ਜੀ, ਇਸ ਤਰ੍ਹਾਂ ਹੈਗਾ ਕਿ ਪਹਿਲਾਂ ਮੈਂ ਫੁੱਲ ਟਾਈਮ ਉਸ ਸਿਚੁਏਸ਼ਨ ਦਾ ਹਿੱਸਾ ਸੀ ਜੀ, ਜਿੱਥੇ ਕਿ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਔਰ ਸੌਣ ਤੋਂ ਪਹਿਲਾਂ ਔਰ ਸਵੇਰੇ ਉੱਠਣ ਤੋਂ ਲੈ ਕੇ ਇੱਕ ਸੋਚ, ਇੱਕ ਨੀਤੀ, ਰਣਨੀਤੀ, ਸਟ੍ਰੈਟਜੀ, ਕਿਸ ਚੀਜ਼ ਨੂੰ ਕਿਸ ਤਰੀਕੇ ਨਾਲ ਵਰਤਣਾ ਹੈ, ਟੈਬਲੇਟ ਤੇ ਲੈਪਟਾਪ ਤੋਂ ਬਾਹਰ ਹੀ ਨਹੀਂ ਆਇਆ ਜਾਂਦਾ ਸੀ, ਸਾਰਾ ਸਮਾਂ ਉਸ 'ਚ ਹੁੰਦਾ ਸੀ ਜੀ। ਲੇਕਿਨ ਇੱਕ ਮੈਂ ਹੋਰ ਐਡਵਾਂਟੇਜ ਮੇਰੇ ਕੋਲ ਸੀ ਕਿ ਮੈਂ ਇੱਕ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਹੋਣ ਕਰਕੇ, ਕਾਂਗਰਸ ਦਫ਼ਤਰ ਵਿੱਚ ਬੈਠਣ ਕਰਕੇ ਆਮ ਜਨਤਾ ਦੇ ਨਾਲ ਵੀ ਮੇਰਾ ਜਿਹੜਾ ਮੇਲਾ ਜੇਲਾ ਸੀਗਾ ਉਹ ਲੱਗਿਆ ਰਹਿੰਦਾ ਸੀ, ਰੂਬਰੂ ਹੁੰਦਾ ਸੀਗਾ। ਸੋ ਬਹੁਤ ਗੱਲਾਂ ਗਰਾਊਂਡਸ ਤੋਂ ਮੈਨੂੰ ਲੈਵਲ ਤੋਂ, ਕਿਉਂਕਿ ਕਾਂਗਰਸ ਦਫ਼ਤਰ ਜਦੋਂ ਬੈਠੇ ਆ ਤਾਂ ਪੂਰੇ ਪੰਜਾਬ ਤੋਂ ਲੋਕ ਉੱਥੇ ਆਉਂਦੇ ਹੈਗੇ ਆ, ਮਿਲਦੇ ਸੀ, ਕੋਈ ਆਪਦੀ ਤਕਲੀਫ ਦੱਸਦਾ ਸੀ, ਕੋਈ ਆਪਦੇ ਕੰਮ ਦੱਸਦਾ ਸੀ, ਕੋਈ ਧੰਨਵਾਦ ਕਰਦਾ ਸੀ। ਸੋ ਮੈਂ ਜੁੜਿਆ ਰਹਿੰਦਾ ਸੀ। ਜਿਹੜਾ ਹੁਣ ਮੇਰਾ ਸਮਾਂ ਹੈਗਾ ਔਰ ਜਿਸ ਸੀਟ ਤੇ ਔਰ ਜਿਸ ਹਲਕੇ ਤੇ ਬੈਠਾ ਹੈ, ਮੇਰੀ ਉਹ ਕਰਮ ਭੂਮੀ ਹੈ। ਅਕਸਰ ਜਦੋਂ ਮੈਂ ਉੱਥੇ ਇਲੈਕਸ਼ਨ ਲੜਨ ਗਿਆ ਸੀ ਤਾਂ ਮੇਰੇ ਬਾਰੇ, ਮੇਰੇ ਪਹੁੰਚਣ ਤੋਂ ਪਹਿਲਾਂ ਹੀ ਮੈਨੂੰ ਕੋਈ ਪੈਰਾਸ਼ੂਟ ਕੈਂਡੀਡੇਟ ਤੇ ਬਹੁਤ ਗੱਲਾਂ ਨਾਲ ਜੋੜਿਆ ਗਿਆ ਸੀ। ਉਦੋਂ ਦੇ ਐਮਐਲਏ ਸਾਹਿਬ ਜਿਹੜੇ, ਜਿਨ੍ਹਾਂ ਬਾਰੇ ਤੁਸੀਂ ਫੁਲਕਾ ਸਾਹਿਬ ਬਾਰੇ ਗੱਲ ਕੀਤੀ, ਉਹਨਾਂ ਬਾਰੇ ਗੱਲਾਂ ਹੋਈਆਂ, ਉਸੇ ਦੇ ਵਿੱਚ ਮੈਨੂੰ ਲੈ ਲਿਆ ਗਿਆ ਸੀ। ਮੇਰੇ ਦਿਮਾਗ 'ਚ ਕਈ ਵਾਰ ਇਹ ਗੱਲਾਂ ਆਉਂਦੀਆਂ ਕਿ ਇਸ ਦਾ ਮੈਂ ਜਵਾਬ ਦੇਵਾਂ, ਪਰ ਮੈਂ ਇਹ ਗੱਲਾਂ ਦਾ ਜਵਾਬ ਜਨਤਾ ਤੇ ਛੱਡ ਦਿੰਦਾ ਹੈਗਾ। ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛਿਆ ਕਿ ਕੀ ਅੱਜ ਦੇ ਦਿਨ 'ਤੇ ਜਿਹੜੀ ਹੁਣ ਕਾਂਗਰਸ ਪਾਰਟੀ ਇਸ ਟਾਈਮ ਇਲੈਕਸ਼ਨ ਲੜਨ ਜਾ ਰਹੀ ਹੈਗੀ ਹੈ, ਕੀ ਮੇਰੀਆਂ ਉਹ ਸੇਵਾਵਾਂ ਜਾਂ ਉਸ ਤਰੀਕੇ ਨਾਲ ਮੈਨੂੰ ਵਰਤੋਂ ਕਰ ਰਹੀ ਹੈ, ਤਾਂ ਉਸ ਦਾ ਜਵਾਬ ਹਾਂ ਵੀ ਹੈ ਤੇ ਨਾ ਵੀ ਹੈ। ਨਾ ਇਸ ਕਰਕੇ ਹੈ ਕਿਉਂਕਿ ਮੈਂ ਬਹੁਤ ਸਮਾਂ ਹੁਣ ਹਲਕਾ ਦਾਖੇ ਵਿੱਚ ਬਿਤਾ ਰਿਹਾ ਜੀ, ਔਰ ਇਹ ਉਸ ਲਈ ਤੁਹਾਨੂੰ ਸਮਾਂ 24/7 ਦੇਣਾ ਪੈਂਦਾ ਹੈ। ਹਾਂ, ਇਸ ਕਰਕੇ ਹੈ ਵੀ ਕਿਤੇ ਕਿਤੇ ਜਦੋਂ ਕੋਈ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਇਹਨਾਂ ਨੇ ਕੁਝ ਡਿਸਕਸ ਕਰਨਾ ਹੁੰਦਾ ਹੈ, ਜਿਸ ਦੇ ਵਿੱਚ ਉਹ ਸੋਚਦੀ ਹੈ ਕਿ ਮੇਰੇ ਤੋਂ ਵੀ ਸੁਝਾਅ ਲੈ ਸਕਦੀ ਹੈ, ਮੈਨੂੰ ਜ਼ਰੂਰ ਨਿਯੋਤਾ ਦਿੱਤਾ ਜਾਂਦਾ ਔਰ ਲਗਾਤਾਰ ਦਿੱਤਾ ਜਾਂਦਾ। ਔਰ ਉਹਨਾਂ ਦੀ ਮਿਹਰਬਾਨੀ ਇਸ ਕਰਕੇ ਹੈ ਕਿ ਉਹ ਜਦੋਂ ਨਿਯੋਤਾ ਦਿੰਦੇ ਆ ਜਾਂ ਜਦੋਂ ਉਹ ਟਾਈਮ ਫਿਕਸ ਕਰਦੀ ਹੈ, ਉਹ ਯੂਜਲੀ ਦੇਰ ਸ਼ਾਮ ਦਾ ਹੁੰਦਾ, ਤਾਂ ਕਿ ਮੈਨੂੰ ਉਹ ਮੌਕਾ ਦਿੱਤਾ ਜਾਂਦਾ ਵੀ ਤੂੰ ਆਪਦੇ ਦਿਨ ਦੇ ਜੇ ਤੇਰੇ ਕੋਈ ਪ੍ਰੋਗਰਾਮ ਹੈਗੇ ਹਲਕੇ ਵਿੱਚ ਉਹ ਕਰਕੇ ਸ਼ਾਮ ਨੂੰ ਉਸ ਮੀਟਿੰਗ ਵਿੱਚ ਹੋ ਜਾ। ਪਰ ਜਿਹੜਾ ਮੇਰਾ ਰੁਝਾਨ ਹੈ ਜਾਂ ਜਿਹੜੀ ਮੇਰੀ ਕੰਟਰੀਬਿਊਸ਼ਨ ਹੈ ਉਹ 2017 ਦੇ ਮੁਕਾਬਲੇ ਵਿੱਚ ਬਹੁਤ ਹੀ ਘੱਟ ਹੈ। ਪਰ ਇਸ ਤੋਂ ਆਪਾਂ ਇੱਕ ਗੱਲ ਇਹ ਵੀ ਮਹਿਸੂਸ ਕਰ ਸਕਦੇ ਹਾਂ ਕਿ ਇਹਦੀ ਬੈਕਡ੍ਰੌਪ ਦੇ ਵਿੱਚ ਹੋ ਸਕਦਾ ਹੈ ਕਿ ਇਹ ਗੱਲ ਕੰਮ ਕਰ ਰਹੀ ਹੋਵੇ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ, ਜਿਹੜੇ ਤੁਹਾਡੇ ਪਹਿਲਾਂ ਬੌਸ ਰਹੇ ਨੇ, ਉਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਵੱਡੀ ਸਟੇਟਮੈਂਟ ਐਸੀ ਦਿੱਤੀ ਹੈ ਕਿ ਬਹੁਤ ਸਾਰੇ ਕਾਂਗਰਸ ਦੇ ਨੇਤਾ ਉਹਨਾਂ ਦੇ ਸੰਪਰਕ 'ਚ ਨੇ, ਉਹ ਸਿਰਫ ਚੋਣ ਜਾਬਤਾ ਲੱਗਣ ਦੀ ਉਡੀਕ ਕਰ ਰਹੇ ਨੇ। ਉਸਨੇ ਉਹਨਾਂ ਲੋਕਾਂ ਨੂੰ, ਖਾਸ ਕਰ ਤੁਹਾਡੇ ਵਰਗੇ ਜਿਹੜੇ ਕੈਪਟਨ ਅਮਰਿੰਦਰ ਸਿੰਘ, ਜਿਸ ਨੂੰ ਇਨਕਾਰ ਕੋਈ ਵੀ ਨਹੀਂ ਕਰ ਸਕਦਾ, ਤੁਸੀਂ ਤਾਂ ਕਰਨਾ ਹੀ ਨਹੀਂ ਹੈਗਾ, ਤੁਸੀਂ ਜਿਸ ਤਰ੍ਹਾਂ ਦੀ ਇਮਾਨਦਾਰੀ ਨਾਲ, ਬੇਬਾਕੀ ਨਾਲ, ਸਾਫਾਗੋਈ ਨਾਲ ਜਵਾਬ ਦੇ ਰਹੇ ਹੋ, ਕਿ ਉਹਨਾਂ ਵਾਸਤੇ ਸੰਕਟ ਖੜਾ ਕਰ ਦਿੱਤਾ ਹੈ ਕਿ ਉਹ ਇੱਧਰ ਸ਼ੱਕ ਦੇ ਦਾਇਰੇ 'ਚ ਲਿਆ ਦਿੱਤੇ ਨੇ ਜਿਹੜੇ ਇਸ ਖੇਮੇ 'ਚ ਆਏ ਹੋ ਤੁਸੀਂ, ਕਿ ਸ਼ਾਇਦ ਤੁਸੀਂ ਵੀ ਸੰਪਰਕ 'ਚ ਹੋ। ਨਹੀਂ, ਤੁਹਾਨੂੰ ਲੱਗਦਾ ਨਹੀਂ ਕਿ ਇਸ ਦਾ ਨੁਕਸਾਨ ਹੋਇਆ? ਨਹੀਂ, ਮੈਂ ਮਹਿਸੂਸ ਕਰਦਾ ਜਦੋਂ ਵੀ ਕੋਈ ਨਵਾਂ ਮੁੱਖ ਮੰਤਰੀ ਹੈ, ਇੱਕ ਨਵੀਂ ਟੀਮ ਬਣਦੀ ਹੈ ਜੀ,
ਉਹ ਯੂਜੂਲੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਇੱਕ ਨਵਾਂ ਸਿਸਟਮ, ਇੱਕ ਨਵੇਂ ਬੰਦੇ ਆਉਣ ਜੀ। ਔਰ ਤੁਹਾਨੂੰ ਇਸ ਚੀਜ਼ ਨੂੰ ਵੈਲਕਮ ਕਰਨਾ ਚਾਹੀਦਾ ਕਿਉਂਕਿ ਤੁਸੀਂ ਸਿਸਟਮ ਦੇ ਵਿੱਚ ਰਹਿ ਕੇ ਕਈ ਵਾਰ ਖੂਹ ਦੇ ਡੱਡੂ ਵਾਲੀ ਗੱਲ ਬਣ ਜਾਂਦੀ ਹੈਗੀ ਹੈ। ਨਵਾਂ ਬੰਦਾ ਆਉਂਦਾ, ਨਵਾਂ ਆਈਡੀਆਜ਼, ਨਵੀਂ ਸੋਚ ਔਰ ਹੋਰਾਂ ਬੰਦਿਆਂ ਨੂੰ ਜੋੜਨ ਦਾ ਜਿਹੜਾ ਹੈਗਾ ਉਹ ਹਿੰਮਤ ਰੱਖਦਾ। ਪੁਰਾਣਾ ਇਨਸਾਨ ਕਈ ਵਾਰ ਰੂਪ ਰੇਖਾ ਪੁਰਾਣੀ ਤੇ ਚੱਲਦਾ, ਇੱਕ ਬੰਦੇ ਬਾਰੇ ਇੰਪ੍ਰੈਸ਼ਨ ਬਣਾ ਰੱਖਿਆ ਹੁੰਦਾ, ਉਸ ਨੂੰ ਉਸੇ ਤਰੀਕੇ ਨਾਲ ਹੀ ਵਰਤਦਾ ਰਹਿੰਦਾ। ਲੇਕਿਨ ਜਿੱਥੇ ਤੱਕ ਮੇਰੇ ਤੱਕ ਇਹ ਗੱਲ ਦਾ ਸਵਾਲ ਹੈ, ਮੇਰੇ ਕੋਲ ਤਾਂ ਮੌਕਾ ਪਹਿਲੇ ਦਿਨ ਹੀ ਸੀ। ਮੇਰੇ ਕੋਲੇ ਇਹ ਮੌਕਾ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਉਸ ਦੇ ਵਿੱਚ ਹੀ ਜਵਾਬ ਆ ਜਾਂਦਾ ਹੈ ਕਿ ਮੇਰੇ ਕੋਲ ਤਾਂ ਉਦੋਂ ਹੀ ਮੌਕਾ ਸੀਗਾ ਕਿ ਮੈਂ ਉਹਨਾਂ ਦੇ ਨਾਲ ਚਲਾ ਜਾਂਦਾ ਔਰ ਅੱਜ ਜਿਸ ਪਾਰਟੀ 'ਚੋਂ ਬੈਠੇ ਜਿਹੜੀ ਉਹ ਪਾਰਟੀ ਚਲਾ ਰਹੇ ਉਸ ਦਾ ਮੈਂ ਹਿੱਸਾ ਹੁੰਦਾ, ਭਾਵੇਂ ਦਫ਼ਤਰ ਵਿੱਚ ਰਹਿ ਕੇ ਹੁੰਦਾ ਜਾਂ ਮੈਨੂੰ ਕੋਈ ਹੋਰ ਕੰਮ ਕਾਜ ਦਿੰਦੇ। ਪਰ ਮੇਰੀ ਇਹ ਕਲੈਰਿਟੀ ਪਹਿਲੇ ਦਿਨ ਤੋਂ ਹੀ ਸੀ। ਮੈਂ ਇਹ ਕਹਿ ਰਿਹਾ ਕਿ ਮੇਰੀ ਜਿਹੜੀਆਂ ਰਿਲੇਸ਼ਨਾਂ ਸੀਗੀਆਂ, ਮੌਜੂਦਾ ਜਿਹੜੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੈ, ਮੈਂ ਸਭ ਦੀ ਇੱਜ਼ਤ ਕਰਦਾ ਸੀ ਉਦੋਂ ਵੀ, ਸਭ ਨੂੰ ਉਸੇ ਤਰੀਕੇ ਨਾਲ ਜੋ ਉਹਨਾਂ ਦੀ ਬਣਦੀ ਇੱਜ਼ਤ ਮਾਨ ਦਿੰਦਾ ਸੀਗਾ। ਪਰ ਕਈ ਐਸੇ ਸੀਗੇ ਜਿਨ੍ਹਾਂ ਨਾਲ ਮੇਰੇ ਸ਼ਾਇਦ ਮਾਹੌਲ ਸਿਖਾਵੇਂ ਨਹੀਂ ਸੀਗੇ। ਇਸ ਦੇ ਬਾਵਜੂਦ ਮੇਰੀ ਜਿਹੜੀ ਆਪਦੀ ਸੋਚ ਸੀ ਔਰ ਜਿਹੜੀ ਪਰਿਵਾਰਿਕ ਦੀ ਜਿਹੜੀ ਲਾਇਲਟੀ ਕਹਿ ਲਓ ਜੁੜੀ ਹੋਈ ਸੀ, ਉਹ ਕਾਂਗਰਸ ਪਾਰਟੀ ਨਾਲ ਜੁੜੀ ਹੋਈ ਸੀ। ਸੋ ਇਹੀ ਕਾਰਨ ਸੀਗਾ ਕਿ ਮੈਨੂੰ ਕੋਈ ਬਾਹਲਾ ਵਕਤ ਨਹੀਂ ਲੱਗਿਆ। ਇਸੇ ਤਰੀਕੇ ਨਾਲ ਜਿੱਦਣ ਮੈਂ ਇਲੈਕਸ਼ਨ ਆ ਰਿਹਾ, ਮੇਰੇ ਲਈ ਉੱਥੇ ਕਿਹਾ ਗਿਆ ਸੀ ਦਾਖੇ ਬਾਰੇ ਕਿ ਇਲੈਕਸ਼ਨ ਜਿੱਤੂਗਾ, MLA ਬਣਨਾ ਆਇਆ, 4 ਟੈਚੀਆਂ 'ਚ ਆਇਆ, ਇਹਨੇ ਟੈਚੀ ਭਰ ਆਪਦੇ ਦੁਬਾਰਾ ਕੱਪੜਿਆਂ ਨਾਲ ਭਰਨੀ ਹੈ, ਦੁਬਾਰਾ ਚੰਡੀਗੜ੍ਹ ਚੱਲਣਾ, ਇਹ ਤਾਂ ਸਿਰਫ MLA ਬਣਨਾ ਆਇਆ। ਮੈਂ ਹਾਰ ਕੇ ਵੀ ਉੱਥੇ ਰਿਹਾ। ਕਰੋਨਾ ਦਾ ਸਮਾਂ, 70-72 ਦਿਨ ਆ ਜਿਹੜਾ ਘਰ ਹੈ ਜਿੱਥੇ ਮੇਰੇ ਮਾਤਾ ਜੀ ਰਹਿੰਦੇ ਹੈਗੇ ਆ, ਪਰਿਵਾਰ ਦੇ ਬਾਕੀ ਮੈਂ ਇੱਥੇ 71 ਦਿਨ ਵਾਪਸ ਨਹੀਂ ਆਇਆ। ਹਲਕਾ ਦਾਖਾ ਵਿੱਚ ਰਿਹਾ, 1 ਸਾਲ ਕਰੋਨਾ ਦਾ ਮਹਾਮਾਰੀ ਚੱਲੀ, ਹਰ ਥਾਂ ਤੇ ਪਹੁੰਚਿਆ। ਹੁਣ ਵੀ ਜੋ ਮੈਂ ਜਿੰਨਾ ਵੀ ਬਣ ਸਕਦਾ ਮੈਂ ਉੱਥੇ ਕਰ ਰਿਹਾ ਹੈਗਾ। ਸੋ ਮੇਰੇ ਲਈ ਕੋਈ ਔਖਾ ਨਹੀਂ ਸੀ ਇਹ ਕਦਮ ਚੁੱਕਣਾ ਜਿੱਥੇ ਮੈਂ ਬੈਠਾ ਸੀ। ਇੱਧਰ ਆ ਕੇ ਮੈਂ ਇਸ ਚੈਲੰਜ ਨੂੰ ਐਕਸੈਪਟ ਕਰਕੇ ਇਸ ਸਿਸਟਮ ਵਿੱਚ ਦੁਬਾਰਾ ਆਪਦੀ ਜਿਹੜੀ ਹੈਗੀ ਆ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਔਰ ਧੰਨਵਾਦ ਹੈ ਅੱਜ ਮੈਂ ਕਰਦਾ ਸਾਰੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ। ਅੱਜ ਜੇ ਤੁਸੀਂ ਜਿਹੜਾ ਤੁਸੀਂ ਸਵਾਲ ਪੁੱਛਿਆ ਵੀ ਤੁਸੀਂ ਕੀ, ਤੇ ਮੈਂ ਤੁਹਾਨੂੰ ਜਵਾਬ ਦਿੱਤਾ ਕਿ ਮੈਨੂੰ ਬਿਲਕੁਲ ਕਈ ਇਹੋ ਜਿਹੀਆਂ ਮੀਟਿੰਗਾਂ, ਕਈ ਇਹੋ ਜਿਹੇ ਡਿਸਕਸ਼ਨ ਦੇ ਵਿੱਚ ਮੈਨੂੰ ਨਿਯੋਤਾ ਮਿਲਦਾ, ਮੈਨੂੰ ਮਹਿਸੂਸ ਹੁੰਦਾ ਕਿ ਕਿਤੇ ਨਾ ਕਿਤੇ ਮੇਰੀ ਜਿਹੜੀ ਕਾਬਲੀਅਤ ਹੈਗੀ ਹੈ, ਲਾਇਲਟੀ ਤਾਂ ਚਲੋ ਹੈ ਹੀ ਹੈ ਪਾਰਟੀ ਨਾਲ, ਪਰ ਕਾਬਲੀਅਤ ਨੂੰ ਮੁੱਖ ਰੱਖਦਿਆਂ ਹੋਇਆਂ ਮੈਨੂੰ ਸੱਦਾ ਦਿੱਤਾ ਜਾਂਦਾ ਹੈ। ਔਰ ਜਿੰਨਾ ਕਿ ਇੱਕ ਯੋਗਦਾਨ ਇੱਕ ਇਨਸਾਨ ਪਾ ਸਕਦਾ ਹੈਗਾ ਆਪਦੇ ਲੈਵਲ ਤੇ, ਉਹ ਪਾਉਣ ਦੀ ਮੈਂ ਹਰ ਸੰਭਵ ਕੋਸ਼ਿਸ਼ ਕਰਦਾ। ਮੇਰਾ ਵੈਸੇ ਸਵਾਲ ਅਗਲਾ ਇਹ ਹੋਣ ਜਾ ਰਿਹਾ ਸੀ ਕਿਉਂਕਿ ਮੈਂ ਹਲਕਾ ਦਾਖਾ ਬਾਰੇ ਬੜਾ ਕੁਝ ਬੋਲਿਆ ਸ਼ੁਰੂਆਤ ਦੇ ਵਿੱਚ, ਪਰ ਹਲਕਾ ਦਾਖਾ ਇਸ ਵਾਰ ਇੰਨਾ ਬੇਭਾਗਾ ਹਲਕਾ ਸਾਬਤ ਹੋਇਆ ਕਿ ਉਸ ਹਲਕੇ ਨੂੰ ਜਿਹੜਾ ਹੈਗਾ ਇੱਥੋਂ ਨੇਤਾ ਵਿਰੋਧੀ ਧਿਰ ਮਿਲਿਆ, ਉਹਨੇ ਜਿਹੜਾ ਹੈਗਾ ਉਹਨਾਂ ਦੀ ਆਸਾਂ ਦੇ ਉੱਤੇ ਜਿਹੜਾ ਹੈਗਾ ਨਹੀਂ ਭੁਗਤਿਆ। HS ਫੂਲਕਾ ਸਾਹਿਬ ਦੀ ਗੱਲ ਕਰਦੇ ਹਾਂ। ਜਦੋਂ ਜਿਮਨੀ ਚੋਣ ਹੁੰਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨੇੜੇ ਦਾ ਵਿਅਕਤੀ ਜਿਹੜਾ ਹੈਗਾ, ਮਜ਼ਬੂਤ ਉਮੀਦਵਾਰ ਜਿਹੜਾ, ਉਹ ਉੱਥੇ ਫੀਲਡ ਕੀਤਾ ਜਾਂਦਾ ਹੈ, ਉਹ ਹਾਰ ਜਾਂਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਤੀਜੀ ਥਾਂ ਤੇ ਪਾਰਟੀ ਆ ਉਹ ਆ ਜਾਂਦਾ ਹੈ। ਪਰ ਫਿਰ ਵੀ ਤੁਸੀਂ ਜਿੱਦਾਂ ਦੇ ਸੰਕੇਤ ਦਿੱਤੇ ਆ ਕਿ ਤੁਸੀਂ 2 ਸਾਲ ਜਿਹੜੇ ਨੇ ਉੱਥੇ ਜਿੰਨਾ ਤੁਸੀਂ ਕਰ ਸਕੇ, ਜਾਂ ਮੁੱਖ ਮੰਤਰੀ ਸਾਬਕਾ ਅਮਰਿੰਦਰ ਸਿੰਘ ਉਹਨਾਂ ਦੇ ਨੇੜੇ ਹੁੰਦੇ ਹੋਏ ਤੁਸੀਂ ਜਿੰਨਾ ਲੋਕਾਂ ਨੂੰ ਦੇ ਸਕੇ ਹੋ ਉਹ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਰਿਫਲੈਕਟ ਵੀ ਹੋਇਆ, ਅਸੀਂ ਉੱਥੇ ਦੇਖਿਆ ਜਾ ਕੇ, ਇਸ ਗੱਲ 'ਚ ਸਾਨੂੰ ਵੀ ਕਹਿਣ 'ਚ ਕੋਈ ਦੋ ਰਾਏ ਨਹੀਂ। ਖੈਰ ਚਲੋ, ਇਹ ਸਵਾਲ ਦਾ ਜਵਾਬ ਆ ਗਿਆ। ਮੇਰਾ ਹੁਣ 1 ਜਾਂ 2 ਆਖਰੀ ਸਵਾਲ ਇੰਪੋਰਟੈਂਟ ਮੈਂ ਲੈਣ ਜਾ ਰਿਹਾ ਜੀ, ਕਿਉਂਕਿ ਨਵਜੋਤ ਸਿੰਘ ਸਿੱਧੂ ਤੁਹਾਡੇ ਮੌਜੂਦਾ ਪ੍ਰਧਾਨ ਨੇ। ਨਵਜੋਤ ਸਿੰਘ ਸਿੱਧੂ ਉਹ ਕੀ ਚੇਂਜਰ ਕਹਿ ਸਕਦੇ ਆਪਾਂ, ਉਹ ਪਰਸਨ ਹੈ ਕਿ ਜਿਸ ਨੇ ਪੰਜਾਬ ਕਾਂਗਰਸ ਦੀ ਹੋਣੀ ਜਿਹੜੀ ਹੈਗੀ ਹੈ, ਜੋ ਮੌਜੂਦਾ ਹੈ, ਉਸ ਦੇ ਵਿੱਚ ਉਹਨੂੰ ਬਦਲਣ 'ਚ ਬਹੁਤ ਵੱਡਾ ਰੋਲ ਨਿਭਾਇਆ ਹੈ। ਜਦੋਂ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਨੇ ਕਿ 75-25 ਦੀ ਸਰਕਾਰ ਚੱਲ ਰਹੀ ਹੈ, 75 ਪੈਸੇ ਜਿਹੜੇ ਹੈਗੇ ਇੱਧਰ ਦੇ ਦਿੱਤੇ ਜਾਂਦੇ ਨੇ ਸਾਰੇ ਕਾਰੋਬਾਰਾਂ ਦੇ, ਜਿੰਨੇ ਮਾਫੀਆ ਨੇ, ਕੇਬਲ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਸ਼ਰਾਬ ਮਾਫੀਆ, ਹੋਰ ਜਿੰਨੇ ਵੀ ਨੇ, ਤੇ 25 ਪੈਸੇ ਉੱਧਰ ਜਾਂਦੇ ਨੇ। ਤੁਸੀਂ ਉੱਥੇ ਅੰਦਰ ਸੀ, ਉੱਥੇ ਕੀ ਦੱਸ ਸਕਦੇ ਹੋ, ਦੱਸਣਾ ਚਾਹੋਗੇ ਕਿ ਇਸ ਤਰ੍ਹਾਂ ਦਾ ਮਾਹੌਲ ਸੀ 75-25 ਵਾਲਾ, ਕਿ ਕੈਪਟਨ ਸਿੱਧੇ ਤੌਰ ਤੇ ਜੋ ਨਵਜੋਤ ਸਿੰਘ ਸਿੱਧੂ ਦੀ ਭਾਸ਼ਾ 'ਚ ਕਹੀਏ ਕਿ 75 ਪੈਸੇ ਮੁੱਖ ਮੰਤਰੀ ਨੂੰ ਜਾਂਦੇ ਸੀ ਹਰੇਕ ਕਾਰੋਬਾਰ 'ਚ, ਉਹਦੇ 25 ਪੈਸੇ ਜਿਹੜੇ ਨੇ ਦੂਜੇ ਕਰਨ ਵਾਲੇ ਕਹਿੰਦੇ ਸੀ, ਤੇ ਕਿਹਾ ਜਾਂਦਾ ਸੀ ਸਰਕਾਰ ਠੇਕੇ ਤੇ ਦਿੱਤੀ ਹੋਈ ਹੈ ਅਮਰਿੰਦਰ ਸਿੰਘ ਉਹਨਾਂ ਨੇ। ਨਰਿੰਦਰ ਜੀ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਿਹੜੇ ਮੌਜੂਦਾ ਪ੍ਰਧਾਨ ਹੈ, ਜਵਾਬ ਦੇਣਾ ਨਹੀਂ ਦੇਣਾ ਤੁਹਾਡੇ ਤੇ ਨਿਰਭਰ ਹੈ। ਮੈਂ ਜਵਾਬ ਦੇਵਾਂਗਾ, ਮੈਨੂੰ ਜਵਾਬ ਦੇਣ 'ਚ ਕੋਈ, ਜਿਸ ਗੱਲ ਦਾ ਮੈਨੂੰ ਪਤਾ ਹੁੰਦਾ ਮੈਂ ਜਵਾਬ ਦੇਣ 'ਚ ਝਿਜਕਦਾ ਹੀ ਨਹੀਂ ਜੀ। ਪਰ ਜਿਸ ਗੱਲ ਦਾ ਮੈਂ ਹਿੱਸਾ ਨਹੀਂ ਸੀ, ਸੋ ਮੈਂ ਆਪ ਪਹਿਲਾਂ ਦੱਸਦਾ, ਮੈਂ ਉੱਥੇ ਮੇਰਾ ਕੰਮ ਕਾਜ ਕੀ ਸੀ। ਜਦੋਂ ਆਪਾਂ 75-25 ਦੀਆਂ ਗੱਲਾਂ ਕਰਦੇ ਹਾਂ, 60-40 ਦੀਆਂ ਗੱਲਾਂ ਕਰਦੇ ਹਾਂ, ਉਸ ਚੀਜ਼ ਨੂੰ ਤੁਸੀਂ ਕਿਸੇ ਬਾਰੇ ਮੇਰੀ ਆਪਦੀ ਜਾਤੀ ਮੇਰੀ ਸੋਚ ਹੈ ਕਿ ਮੈਂ ਕਿਸੇ ਬਾਰੇ
ਕੋਈ ਇਲਜ਼ਾਮ ਲਾਉਣ ਤੋਂ ਪਹਿਲਾਂ ਮੇਰੇ ਕੋਲੇ ਉਸ ਬਾਰੇ ਸਬੂਤ ਹੋਣੇ ਚਾਹੀਦੇ। ਮੇਰੇ ਕੋਲੇ ਇਹ ਮੇਰੀ ਆਪਦੀ ਜਾਤੀ ਸੋਚ ਹੈ। ਮੈਂ ਉਸ ਸਿਸਟਮ ਦੇ ਵਿੱਚ ਇੱਕ ਹਿੱਸਾ ਸੀ। ਜਦੋਂ ਸਰਕਾਰ ਸ਼ੁਰੂ ਹੁੰਦੀ ਹੈ ਮੈਂ ਉਸ ਸਿਸਟਮ ਦਾ ਇੱਕ ਬੜਾ ਰੈਲੇਵੈਂਟ ਤੇ ਬੜਾ ਇੰਪੋਰਟੈਂਟ ਹਿੱਸਾ ਸੀ ਜੀ। ਜਿਵੇਂ ਜਿਵੇਂ ਸਮਾਂ ਤੁਰਦਾ ਹੈਗਾ, ਜਿਹੜੇ ਅਫਸਰ ਸਾਹਿਬਾਨ ਸੀਗੇ ਉਸ ਸਿਸਟਮ ਦੇ ਵਿੱਚ ਇੱਕ ਬੜੀ ਪ੍ਰੋਮੀਨੈਂਟ ਜਗ੍ਹਾ ਉਹਨਾਂ ਦੀ ਲੈਣੀ ਸ਼ੁਰੂ ਕਰ ਦਿੰਦੇ ਆ। ਔਰ ਜਿਹੜਾ ਪੋਲੀਟੀਕਲ ਸਿਸਟਮ ਸੀਗਾ ਜਿਹਦੇ ਵਿੱਚ ਮੈਂ ਇੱਕ ਆਪਦਾ ਇੱਕ ਅਹੁਦਾ ਜਾਂ ਇੱਕ ਸਥਾਨ ਜਾਂ ਇੱਕ ਸੋਚ ਜਾਂ ਇੱਕ ਯੋਗਦਾਨ ਰੱਖਦਾ ਸੀ, ਉਹ ਯੋਗਦਾਨ ਦੇ ਵਿੱਚ ਮਹੀਨਿਆਂ ਬਾਅਦ ਸਾਲਾਂ ਬਾਅਦ ਕਮੀ ਆਉਣ ਵਾਲੇ ਪਾਸੇ ਚੱਲ ਪਿਆ ਸੀ। ਇਹ ਜਿਹੜਾ ਭਾਵੇਂ ਐਕਸਾਈਜ਼ ਡਿਪਾਰਟਮੈਂਟ ਹੈ, ਭਾਵੇਂ ਮਾਈਨਿੰਗ ਡਿਪਾਰਟਮੈਂਟ ਹੈ, ਭਾਵੇਂ ਕੋਈ ਹੋਰ ਡਿਪਾਰਟਮੈਂਟ ਹੈ, ਇਸ ਕਿਸਮ ਦਾ ਜਿਹੜਾ ਲੇਖਾ ਜੋਖਾ ਹੈ ਸਹੀ ਤੌਰ 'ਤੇ ਉਹ ਇਨਸਾਨ ਦੇ ਸਕਦਾ ਹੈ ਜਿਹੜਾ ਉਸ ਸਿਸਟਮ ਦਾ ਬਤੌਰ ਆਫਿਸਰ ਜਾਂ ਬਤੌਰ ਬਿਜ਼ਨਸਮੈਨ ਹਿੱਸਾ ਹੋਵੇ, ਜਾਂ ਵਿੱਚ ਵਿਚਾਲੇ ਵਾਲਾ ਜਿਹਨੂੰ ਆਪਾਂ ਵਿਚੋਲਾ ਕਹਿ ਲਈਏ ਉਹ ਹੋਵੇ। ਮੇਰੇ ਭਾਗਾਂ ਵਿੱਚ ਇਹਨਾਂ ਤਿੰਨਾਂ 'ਚ ਕੋਈ ਵੀ ਆਪਸ਼ਨ ਨਹੀਂ ਸੀ। ਮੇਰੇ ਕੋਲੇ ਸਿੰਪਲ ਇੱਕ ਆਪਸ਼ਨ ਸੀ ਕਿ ਮੈਂ ਇੱਕ ਕਨੈਕਟ ਬਣਾ ਕੇ, ਇੱਕ ਸੰਪਰਕ ਬਣਾ ਕੇ ਰੱਖਣਾ ਹੈ ਪੋਲੀਟੀਕਲ ਲੀਡਰਸ਼ਿਪ ਨਾਲ, MLA ਸਾਹਿਬਾਨਾਂ ਨਾਲ, ਥਲੜੀ ਲੀਡਰਸ਼ਿਪ ਨਾਲ। ਔਰ ਉਹ ਜਿਹੜਾ ਕੋਈ ਉਹਨਾਂ ਦਾ ਗੁੱਸਾ ਗਿਲਾ ਕੋਈ ਸੋਚ ਹੈ, ਕੋਈ ਪ੍ਰਭਾਵਿਤ ਹੋ ਰਿਹਾ, ਉਸ ਨੂੰ ਟਾਈਮ ਦੇ ਕੇ ਠੀਕ ਕਰਨਾ ਹੈ। ਮੇਰੀ ਕੋਸ਼ਿਸ਼ ਉਹਨਾਂ ਔਰ ਉਹ ਉਹਦੇ ਵਿੱਚ ਮੇਰੀ ਮੋਟੀਵੇਸ਼ਨ ਹਰ ਸਾਲ ਹਰ ਦਿਨ ਘਟਦੀ ਗਈ, ਕਿਉਂਕਿ ਉਸ ਸਿਸਟਮ ਦੇ ਵਿੱਚ ਵੀ ਅਫਸਰਾਂ ਦਾ ਇਸ ਕਿਸਮ ਦਾ ਬੋਲਬਾਲਾ ਹੋ ਗਿਆ ਸੀ ਕਿ ਉਹ ਜਿਹੜਾ ਕੰਮ ਮੇਰਾ ਸੀ ਜਾਂ ਮੇਰੇ ਦਫ਼ਤਰ ਵਿੱਚ ਆ ਕੇ ਜਿਹੜੇ ਮੇਰਾ ਜਿਹੜਾ ਮੇਲ ਜੋਲ ਸੀ ਉਸ ਨੂੰ ਵੀ ਸਿਸਟਮ ਨੇ ਇਸ ਤਰੀਕੇ ਨਾਲ ਟੇਕ ਓਵਰ ਕਰ ਲਿਆ ਸੀਗਾ ਕਿ ਅਖੀਰ ਦੇ ਵਿੱਚ ਜਿਹੜੇ MLA ਸਾਹਿਬਾਨ ਸੀ ਜਾਂ ਹੋਰ ਲੋਕ ਸੀ ਉਹ ਅਫਸਰਾਂ ਕੋਲ ਹੀ ਸਿੱਧਾ ਜਾ ਕੇ, ਜਿਹੜੇ ਸਾਡੇ CM ਆਫਿਸ 'ਚ ਬੈਠਦੇ ਸੀ ਉਹਨਾਂ ਕੋਲ ਜਾ ਕੇ ਹੀ ਉਹ ਆਪਦੀਆਂ ਗੱਲਾਂ ਬਾਤਾਂ ਕਰਨੀਆਂ ਪਸੰਦ ਕਰਦੇ ਸੀ, ਕਿਉਂਕਿ ਉਹ ਸਿਸਟਮ ਉਹਨਾਂ ਨੇ ਇੱਕ ਤਰੀਕੇ ਨਾਲ ਟੇਕ ਓਵਰ ਕਰ ਲਿਆ ਸੀਗਾ। ਇੱਕ ਤਰੀਕੇ ਨਾਲ ਉਹਨੇ ਉਸ ਨੂੰ ਅਫਸਰਸ਼ਾਹੀ ਜਿਹੜੀ ਹੈਗੀ ਆ ਉਹ ਭਾਰੂ ਹੋ ਗਈ ਸੀ CMO ਦੇ ਉੱਤੇ। ਕੋਈ ਸ਼ੱਕ ਨਹੀਂ ਸਾਹਿਬ, ਬਿਲਕੁਲ। ਇਸ ਕਹਿਣ ਦੇ ਵਿੱਚ ਮੈਂ ਹੈ ਬੜਾ ਇਹ ਔਖਾ ਜਿਹਾ ਜਿਨ੍ਹਾਂ ਨਾਲ ਤੁਸੀਂ ਐਜ਼ ਅ ਟੀਮ ਮੈਂਬਰ ਰਹੇ ਹੁੰਦੇ ਹੋ ਤੇ ਸਪੈਸ਼ਲੀ ਜਦੋਂ ਇੱਥੇ ਬੈਠੇ ਨਾ ਹੋਣ ਉਹਨਾਂ ਬਾਰੇ ਤੁਸੀਂ ਗੱਲ ਕਰੋ, ਇਹ ਕੋਈ ਅੱਛੀ ਗੱਲ ਨਹੀਂ ਹੁੰਦੀ। ਸਾਹਮਣੇ ਬੈਠ ਕੇ ਗੱਲ ਕਰਨਾ ਮੈਂ ਮਹਿਸੂਸ ਕਰਦਾ, ਤੁਸੀਂ ਇਹ ਸਵਾਲ ਕਿਤੇ ਉਦੋਂ ਦੇ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਕਰਦੇ, ਮੈਂ ਤੁਹਾਨੂੰ ਹੋਰ ਬੇਬਾਕ ਹੋ ਕੇ ਸਵਾਲ ਦੇ ਜਵਾਬ ਦਿੰਦਾ, ਕਿਉਂਕਿ ਸਾਹਮਣੇ ਬੈਠ ਕੇ ਗੱਲਾਂ ਕਰਨੀਆਂ ਮੈਂ ਸੋਚਦਾ ਹੌਸਲੇ ਵਾਲੀ ਗੱਲ ਹੈ। ਪਿੱਠ ਪਿੱਛੇ ਗੱਲ ਕਰਨੀ ਹੌਸਲੇ ਵਾਲੀ ਗੱਲ ਨਹੀਂ ਹੈਗੀ। ਸੋ ਮੇਰੇ ਜਿਹੜੇ ਆਪ ਦਾ ਜਿਹੜਾ ਕੰਮ ਸੀਗਾ, ਜਿਹੜਾ ਦਾਇਰਾ ਸੀਗਾ ਜੋ ਇੱਥੋਂ ਸ਼ੁਰੂ ਹੋਇਆ ਸੀਗਾ, ਉਹ ਘਟਦਾ ਔਰ ਬਾਈ ਇਲੈਕਸ਼ਨ ਦੀ ਹਾਰ ਤੋਂ ਬਾਅਦ, ਮੇਰੀ ਹਾਰ ਤੋਂ ਬਾਅਦ ਬਹੁਤ ਦਾਇਰਾ ਘਟ ਗਿਆ ਸੀ। ਔਰ ਇਹੀ ਕਾਰਨ ਸੀ, ਇੱਕ ਮੁੱਖ ਕਾਰਨ ਸੀ, ਮੈਂ ਜਿੱਥੇ ਇਲੈਕਸ਼ਨ ਲੜਿਆ ਸੀ ਮੈਂ ਉੱਥੇ ਜਾ ਕੇ ਬਹੁਤ ਆਪਦੇ ਆਪ ਨੂੰ ਲੋਕਾਂ ਵਿੱਚ ਰੱਖਣ ਦੀ ਕੋਸ਼ਿਸ਼ ਕਰਦਾ ਸੀ। ਔਰ ਜਿਹੜਾ ਇੱਥੇ ਵਾਲਾ ਕੰਮ ਸੀਗਾ ਸੋ ਇਸ ਤਰੀਕੇ ਨਾਲ ਵੰਡ ਲਿਆ ਸੀ ਵੀ ਮੈਂ ਤਕਰੀਬਨ 4.5 ਦਿਨ ਉੱਥੇ ਲਾਉਂਦਾ ਸੀ, 2 ਤੋਂ 2.5 ਦਿਨ ਇੱਥੇ ਲਾਉਂਦਾ ਸੀ। ਮਤਲਬ ਤੁਹਾਡੀ ਜਿਹੜੀ ਜਰਨੀ ਹੈ ਉਹ 2019 ਚ ਉਹਦਾ ਰਾਹ ਬਦਲ ਚੁੱਕਾ ਸੀ, ਜੋ ਆਪਾਂ ਤੁਹਾਡੀ ਗੱਲਾਂ ਤੋਂ ਮਹਿਸੂਸ ਕਰ ਰਹੇ ਹਾਂ। CMO ਤੋਂ ਤੁਸੀਂ ਹਾਸ਼ੀਏ ਤੇ ਆ ਚੁੱਕੇ ਸੀ, ਅਫਸਰਸ਼ਾਹੀ ਭਾਰੂ ਹੋ ਚੁੱਕੀ ਸੀ ਉੱਥੇ, ਤੇ ਤੁਸੀਂ ਫੋਕਸ ਆਪਣਾ ਹਲਕੇ ਤੇ ਕਰ ਰਿਹਾ। ਆਖਰੀ ਸਵਾਲ ਹੈ, ਹਲਕੇ 'ਚ ਤੁਸੀਂ ਦੁਬਾਰਾ ਹੁਣ ਸਰਗਰਮ ਹੋਏ ਹੋ, ਵੋਟਾਂ ਤੁਸੀਂ ਮੰਗਣ ਜਾ ਰਹੇ ਹੋ, ਉਮੀਦ ਕਰਦੇ ਆ ਕਿ ਤੁਹਾਨੂੰ ਟਿਕਟ ਵੀ ਮਿਲੇਗੀ ਜਿਹੜੀ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਤੁਸੀਂ ਕਿਹਾ ਕਿ ਮੇਰੀ ਪਾਰਟੀ ਨਾਲ ਲਾਇਲਟੀ ਸੀ, ਇਸ ਕਰਕੇ ਮੈਂ ਪਾਰਟੀ ਨਾਲ ਰਿਹਾ, ਕਿਸੇ ਵਿਅਕਤੀ ਵਿਸ਼ੇਸ਼ ਨਾਲ ਲਾਇਲਟੀ ਨਹੀਂ ਸੀ। ਕਿਸ ਗੱਲ ਦੇ ਉੱਤੇ ਵੋਟ ਮੰਗੋਗੇ, ਕਿਸ ਤਰ੍ਹਾਂ ਦਾ ਚੈਲੰਜ ਮਹਿਸੂਸ ਕਰ ਰਹੇ ਹੋ ਅੱਗੇ, ਕਿਸ ਤਰ੍ਹਾਂ ਜਿਹੜਾ ਹੈਗਾ ਨਵੀਂ ਜਿਹੜੀ ਤੁਹਾਡੀ ਪੁਰਾਣੇ ਬੌਸ ਸਾਹਿਬ ਨੇ ਜਿਹੜੇ ਉਹ ਦੁਬਾਰਾ ਨਵੀਂ ਪਾਰਟੀ ਲੈ ਆਏ ਨੇ, ਪੰਜਾਬ ਲੋਕ ਕਾਂਗਰਸ ਨਾਮ ਹੈ, ਕਾਂਗਰਸ ਕੱਲੀ ਸੀਗੀ ਤੇ ਕਾਂਗਰਸ ਨਾਲ ਪੰਜਾਬ ਤੇ ਲੋਕ ਵੀ ਜੁੜ ਗਏ ਨੇ ਹੁਣ, ਤੇ ਆਮ ਆਦਮੀ ਪਾਰਟੀ ਦਾ ਉਹ ਇੱਕ ਐਸਾ ਗਰਾਊਂਡ ਰਿਹਾ ਜਿਹਨੇ 2017 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਉੱਥੋਂ ਜਿਤਾਇਆ ਸੀ। ਤਾਂ ਇਹ ਸਾਰੇ ਜਿੰਨੇ ਹਮਲੇ ਸਿਆਸੀ ਤੁਹਾਡੇ ਤੇ, ਜਿੰਨੇ ਚੈਲੰਜਸ ਉਸ ਹਲਕੇ ਦੇ ਵਿੱਚ ਹਨ, ਤੇ ਹਲਕੇ ਬਾਰੇ ਮੈਂ ਦੱਸਿਆ ਕਿ ਗੂੜਾ ਪੇਂਡੂ ਠੇਠ ਹਲਕਾ ਹੈ ਪੰਜਾਬ ਦਾ। ਜੇਕਰ ਆਪਾਂ ਗੱਲ ਕਰੀਏ ਲੁਧਿਆਣਾ ਜ਼ਿਲ੍ਹੇ ਦਾ ਦਾਖਾ ਹਲਕਾ, ਤੇ ਬੜੇ ਵੱਡੇ ਨਾਮੀ ਨੇਤਾ ਬਸੰਤ ਸਿੰਘ ਹੋਣੀ ਜਾਂ ਹੋਰ ਕਿੰਨੇ ਇੱਥੋਂ ਰਹੇ ਨੇ, ਤਾਂ ਕਿਸ ਤਰ੍ਹਾਂ ਜਿਹੜਾ ਹੁਣ ਤੁਸੀਂ ਜਿਹੜਾ ਦੁਬਾਰਾ ਆਪਣੇ ਆਪ ਨੂੰ ਲਾਂਚ ਕਰਨ ਜਾ ਰਹੇ ਹੋ ਦਾਖਾ ਹਲਕੇ ਦੇ ਵਿੱਚ? ਆਖਰੀ ਸਵਾਲ ਹੈ ਮੇਰਾ। ਨੀਲੇਂਦਰ ਜੀ, ਮੈਂ ਉਸ ਹਲਕੇ ਦਾ ਸਾਥ ਹੀ ਨਹੀਂ ਛੱਡਿਆ ਜੀ। ਤੁਸੀਂ ਸਰਗਰਮ ਗੱਲ ਕਹਿਣ ਦੀ ਕੀਤੀ, ਮੇਰੀਆਂ ਸਰਗਰਮੀਆਂ, ਮੈਨੂੰ ਕੋਈ ਕਹਿੰਦਾ ਕਿ ਇਲੈਕਸ਼ਨਾਂ 'ਚ 45 ਦਿਨ ਰਹਿ ਗਏ, ਹੁਣ ਤੁਹਾਨੂੰ ਬੜੀ ਮਿਹਨਤ ਕਰਨੀ ਪੈਣੀ ਹੁੰਦੀ ਹੈ, ਤਾਂ ਮੇਰਾ ਸਵਾਲ ਹੁੰਦਾ ਸਾਹਿਬ ਮੈਂ ਤਾਂ 2 ਸਾਲ ਹੀ ਉਹੀ ਸਪੀਡ ਨਾਲ ਔਰ ਉਹੀ ਤਰੀਕੇ ਨਾਲ ਹੀ ਆਪਦੇ ਆਪ ਨੂੰ ਲੋਕਾਂ ਦੀ ਕਚਹਿਰੀ ਵਿੱਚ ਹਾਜ਼ਰ ਰੱਖਿਆ ਹੈਗਾ। ਮੇਰੇ ਪਰਿਵਾਰ ਦੇ ਮੈਂਬਰ, ਇਨਫੈਕਟ ਪਿਛਲੇ 5-6 ਮਹੀਨਿਆਂ ਤੋਂ ਮੇਰੇ ਪਰਿਵਾਰ ਦੇ ਮੈਂਬਰ ਵੀ
ਦਾਖੇ ਵਿੱਚ ਪਹੁੰਚ ਕੇ ਜਿੱਥੇ ਜਿੱਥੇ ਆਪਦਾ ਯੋਗਦਾਨ ਪਾ ਸਕਦੇ ਹੈਗੇ ਆ ਪਾ ਰਹੇ ਨੇ। ਸੋ ਜਿੱਥੇ ਤੱਕ ਮੇਰੇ ਯੋਗਦਾਨ ਦੀ ਗੱਲ ਰਹੀ, ਮੈਂ ਜਿੰਨਾ ਤੁਸੀਂ ਵੋਟਾਂ ਮੰਗਣ ਦੀ ਗੱਲ ਕੀਤੀ, ਮੇਰਾ ਤਾਂ ਇੱਕ ਬੜਾ ਸਿੰਪਲ ਜਿਹਾ ਦਾਖਾ ਹਲਕਾ ਦੇ ਲੋਕਾਂ ਦੇ ਅੱਗੇ ਆਪਦੀ ਮੇਰੀ ਅਪੀਲ ਹੈ ਔਰ ਮੇਰੀ ਬੇਨਤੀ ਹੈ ਕਿ ਉਹਨਾਂ ਨੇ ਸਭ ਕੁਝ ਦੇਖਿਆ। ਉਹਨਾਂ ਨੇ ਜਦੋਂ ਮੈਂ ਆਇਆ ਸੀ ਮੇਰੇ ਬਾਰੇ ਗੱਲਾਂ ਸੁਣੀਆਂ ਸੀ ਜੀ, ਮੇਰੇ ਬਾਰੇ ਗੱਲਾਂ ਕਹੀਆਂ ਗਈਆਂ ਸੀ, ਪ੍ਰੋਪੋਗੈਂਡਾ ਹੋਇਆ, ਇਲੈਕਸ਼ਨ ਹੋਈ, ਮੈਂ ਇਲੈਕਸ਼ਨ ਹਾਰਿਆ। ਉਹ ਜਿੱਤ ਕੇ ਕਹਿੰਦੇ ਸੀ ਨਹੀਂ ਰਹਿਣਾ, ਮੈਂ ਹਾਰ ਕੇ ਉੱਥੋਂ ਨਹੀਂ ਗਿਆ। ਅੱਜ ਉਹ ਕਹਿੰਦੇ ਆ ਮੈਂ ਕਿਰਾਏ ਦੇ ਘਰਾਂ 'ਚ ਰਹਿਣਾ, ਮੈਂ ਕਿਰਾਏ ਦੇ ਦਫ਼ਤਰ ਖੋਲ੍ਹੇ ਹੈ। ਹੁਣ ਜੇ ਮੇਰੇ ਕੋਲੇ ਸਰਮਾਏਦਾਰੀ ਇਸ ਕਿਸਮ ਦੀ ਹੁੰਦੀ ਵੀ ਮੈਂ ਕਲੋਨੀਆਂ ਕੱਟ ਰਿਹਾ ਹੁੰਦਾ ਜਾਂ ਮੇਰੇ ਕੋਲ ਕਾਲਨੀਆਂ ਹੁੰਦੀਆਂ, ਮੈਂ ਜ਼ਰੂਰ ਇਸ ਕਿਸਮ ਦਾ ਮਾਹੌਲ ਬਣਾ ਲੈਂਦਾ ਕਿ ਮੈਂ ਉੱਥੇ ਇੱਕ ਕੋਠੀ ਵੀ ਖਰੀਦ ਲੈਂਦਾ, ਇੱਕ ਦਫ਼ਤਰ ਵੀ ਖਰੀਦ ਲੈਂਦਾ। ਪਰ ਉਹ ਵੀ ਤਾਂ ਦਾਖੇ ਦੇ ਲੋਕ ਹੈ ਜਿਨ੍ਹਾਂ ਨੇ ਮੈਨੂੰ ਮੇਰੇ 'ਤੇ ਵਿਸ਼ਵਾਸ ਕਰਕੇ ਆਪਦਾ ਘਰ ਕਿਰਾਏ 'ਤੇ ਦਿੱਤਾ ਔਰ ਆਪਦਾ ਦਫ਼ਤਰ ਮੈਨੂੰ ਬਣਾ ਕੇ ਦਿੱਤਾ, ਮੇਰੇ 'ਤੇ ਵਿਸ਼ਵਾਸ ਰੱਖਦੇ ਆ। ਜਿਹੜਾ ਤੁਸੀਂ ਗੱਲ ਕੀਤੀ ਲੋਇਲਟੀ ਦੀ ਤੇ ਪਾਰਟੀ ਪ੍ਰਤੀ ਲੋਇਲਟੀ ਦੀ ਗੱਲ ਕੀਤੀ, ਮੈਂ ਉਹਨੂੰ ਥੋੜਾ ਜਿਹਾ ਠੀਕ ਲੈ ਕੇ ਸਵਾਲ ਦਾ ਜਵਾਬ ਦੇਣਾ। ਜੀ ਜੀ, ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਬੜੇ ਇੰਪੋਰਟੈਂਟ ਹਿੱਸਾ ਰਹੇ ਜਦੋਂ ਮੈਂ ਉਹਨਾਂ ਨਾਲ ਜੁੜਿਆ ਤੇ ਜਦੋਂ ਤੱਕ ਮੈਂ ਉਹਨਾਂ ਦੇ ਨਾਲ ਰਿਹਾ। ਔਰ ਮੈਨੂੰ ਇਸ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਹੋਊਗਾ ਕਿ ਕਾਂਗਰਸ ਦੇ ਨਾਲ ਨਾਲ ਮੇਰੀ ਉਹਨਾਂ ਪ੍ਰਤੀ ਵੀ ਲੋਇਲਟੀ ਜਿਹੜੀ ਸੀ ਮੇਰੇ ਵੱਲੋਂ ਅਨਕੁਐਸਚਨੇਬਲ ਸੀ। ਜੀ, 2009 ਦੀ ਪਾਰਲੀਮੈਂਟ, 2012 ਦੀ ਇਲੈਕਸ਼ਨ ਤੋਂ ਬਾਅਦ ਹਾਰ ਤੋਂ ਬਾਅਦ 12 ਤੋਂ ਲੈ ਕੇ 14 ਦਾ ਉਹ ਸਮਾਂ ਜਿਸ ਸਮੇਂ ਦੇ ਵਿੱਚ ਕੋਈ ਐਮਐਲਏ ਜਾਂ ਕੋਈ ਸਹਿਬਾਨ ਛੇਤੀ ਕਿਤੇ ਉੱਧਰ ਮੂੰਹ ਨਹੀਂ ਕਰਦਾ ਸੀ, 14 ਦੀ ਪਾਰਲੀਮੈਂਟ ਇਲੈਕਸ਼ਨ, ਉਸ ਤੋਂ ਬਾਅਦ 14 ਦੇ ਵਿੱਚ ਹੀ ਪਟਿਆਲਾ ਦੀ ਬਾਈ ਇਲੈਕਸ਼ਨ ਜਿਸ 'ਚ ਮਹਾਰਾਣੀ ਪ੍ਰਨੀਤ ਕੌਰ ਜਿੱਤਦੀ ਹੈ ਜੀ, 17 ਦੀ ਇਲੈਕਸ਼ਨ, 17 ਤੋਂ ਬਾਅਦ 19 ਦੀ ਪਾਰਲੀਮੈਂਟ, 19 ਤੋਂ ਬਾਅਦ ਬਾਈ ਇਲੈਕਸ਼ਨ ਪਾਰਲੀਮੈਂਟ ਦੀ ਜੀ, ਫਿਰ ਮੇਰੀ ਬਾਈ ਇਲੈਕਸ਼ਨ। ਮੈਂ ਪਾਰਟੀ ਪ੍ਰਤੀ ਵੀ ਤਾਂ ਵਫਾਦਾਰੀ ਹੈ ਹੀ ਹੈ, ਪਰ ਉਸ ਇਨਸਾਨ ਪ੍ਰਤੀ ਵੀ ਮੇਰੀ ਵਫਾਦਾਰੀ ਜਿਹੜੀ ਮੈਂ ਮਹਿਸੂਸ ਕਰਦਾ ਅਨਕੁਐਸਚਨੇਬਲ ਰਹੀ ਹੈ। ਜਦੋਂ ਉਹਨਾਂ ਨੇ ਪਾਰਟੀ ਤੋਂ ਆਪਦੇ ਆਪ ਨੂੰ ਵੱਖ ਕਰਕੇ ਇੱਕ ਨਵਾਂ ਰੂਪ ਰੇਖਾ ਆਪਦੀ ਸਿਆਸੀ ਸ਼ੁਰੂ ਕੀਤੀ, ਕਿਤੇ ਨਾ ਕਿਤੇ ਮੇਰੀ ਉਹ ਸੋਚ ਉੱਥੇ ਨਹੀਂ ਮਿਲਦੀ ਸੀ। ਜਿਸ ਕਰਕੇ ਮੈਂ ਉਸ ਪਾਰਟੀ ਵਿੱਚ ਠੀਕ ਰਹਿਣਾ ਸਮਝਿਆ ਜਿਸ ਪਾਰਟੀ ਨਾਲ ਮੈਂ ਆਪਦੇ ਆਪ ਨੂੰ ਆਇਡੈਂਟੀਫਾਈ ਕਰਦਾ ਹੈਗਾ, ਮੇਰਾ ਪਰਿਵਾਰ ਆਇਡੈਂਟੀਫਾਈ ਕਰਦਾ ਹੈਗਾ। ਗੱਲ ਰਹੀ ਦਾਖੇ ਹਲਕੇ ਦੇ ਕੰਮਕਾਜ ਦੀ, ਮੈਂ ਪਿੱਛੇ ਵੀ ਕਿਸੇ ਚੈਨਲ ਤੇ ਬੋਲਿਆ ਸੀ, ਮੈਂ ਕਿਹਾ ਮੈਂ ਜਿੰਨਾ ਮਰਜ਼ੀ ਪੈਂਫਲੇਟ ਛਪਵਾ ਲਾਂ, ਜਿੰਨਾ ਮਰਜ਼ੀ ਮੈਂ ਹੋਰਡਿੰਗਸ ਲਵਾ ਲਾਂ, ਜਿੰਨੇ ਮਰਜ਼ੀ ਮੈਂ ਸਪੀਚਾਂ ਦੇ ਲਾਂ, ਇੱਥੋਂ ਤੱਕ ਵੀ ਮੈਂ ਛੱਤਾਂ ਤੇ ਚੜ੍ਹ ਕੇ ਵੀ ਰੌਲਾ ਪਾ ਲਾਂ ਕਿ ਵੀ ਮੈਂ ਆਹ ਕੀਤਾ, ਉਸ ਗੱਲਾਂ ਦਾ ਕੋਈ ਫਾਇਦਾ ਨਹੀਂ ਜਿੰਨੀ ਦੇਰ ਤੱਕ ਇੱਕ ਆਮ ਇਨਸਾਨ ਇਹ ਮਹਿਸੂਸ ਨਾ ਕਰੇ ਕਿ ਵਾਕਈ ਸੰਦੀਪ ਸੰਧੂ ਨੇ ਉੱਥੇ ਪਰਚਿਆਂ ਦੀ ਰਾਜਨੀਤੀ ਨਹੀਂ ਕੀਤੀ, ਇਲੈਕਸ਼ਨ ਹਾਰ ਕੇ ਆਪਦੀ ਜ਼ਿੰਮੇਵਾਰੀ ਨਿਭਾਈ। ਇਲੈਕਸ਼ਨ ਹਾਰ ਕੇ ਮੈਂ ਕਹੂੰਗਾ ਕਿ ਮੇਰੀ ਇੱਕ ਪਾਸੇ ਮੇਰਾ ਸਮਾਂ ਦੇਖੋ, ਮੈਂ ਕਿੰਨਾ ਸਮਾਂ ਪਿੰਡਾਂ ਵਿੱਚ ਜਾਂ ਲੋਕਾਂ ਵਿੱਚ ਬਿਤਾਇਆ, ਔਰ ਜਿਹੜੇ ਉੱਥੋਂ ਜਿੱਤ ਕੇ ਐਮਐਲਏ ਬਣੇ ਜਿਨ੍ਹਾਂ ਦੇ ਨਾਅਰੇ ਸੀ ਵੀ ਅਸੀਂ ਇਹਨੂੰ ਜਿਤਾਵਾਂਗੇ ਤੇ ਹਲਕੇ ਨੂੰ ਚਮਕਾਵਾਂਗੇ, ਉਹਨਾਂ ਦਾ 2 ਸਾਲ ਕਰੋਨਾ ਵੇਲੇ ਵਿਸ਼ੇਸ਼ ਤੌਰ ਤੇ ਉਸ ਤੋਂ ਬਾਅਦ ਕੀ ਯੋਗਦਾਨ ਰਿਹਾ, ਇਹ ਸਾਰਾ ਜਿਹੜਾ ਲੇਖਾ ਜੋਖਾ ਹੈ ਨੀਲਿੰਦਰ ਜੀ, ਇਹ ਲੋਕਾਂ ਤੋਂ ਕੋਈ ਲੁਕਿਆ ਨਹੀਂ ਰਹਿਣਾ ਜੀ। ਲੋਕਾਂ ਨੇ ਕੋਈ ਇਹ ਚੀਜ਼ ਉਹਨਾਂ ਤੋਂ ਉਹ ਭਲੀ ਭਾਂਤੀ ਜਾਣਨਗੇ। ਔਰ ਮੈਂ ਇਸੇ ਗੱਲ ਦੀ ਹੀ ਸੋਚ ਰੱਖਦਾ ਔਰ ਸੱਚੇ ਬਾਕੀ ਕੁਦਰਤ ਦੀਆਂ ਤੇ ਕਿਸਮਤ ਦੀਆਂ ਖੇਲਾਂ ਸਭ, ਪਰ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਮੈਨੂੰ ਜੇ ਮੌਕਾ ਮਿਲਿਆ ਕਰਮ ਭੂਮੀ ਦਾਖਾ ਤੋਂ ਬਣਦਾ, ਉਹਦੇ ਵਿੱਚ ਮੈਂ 2 ਸਾਲਾਂ ਵਿੱਚ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕੀਤਾ। ਫੈਸਲਾ ਲੋਕਾਂ ਦੇ ਹੱਥ। ਬਿਲਕੁਲ, ਫੈਸਲਾ ਲੋਕਾਂ ਦੇ ਹੱਥ ਹੈ। ਹਲਕਾ ਦਾਖਾ ਤੋਂ ਸੰਭਾਵੀ ਉਮੀਦਵਾਰ ਕਾਂਗਰਸ ਪਾਰਟੀ ਦੇ ਜਿਨ੍ਹਾਂ ਨੇ ਕਿ ਜਿਮਨੀ ਚੋਣ 2019 ਵਾਲੀ ਲੜੀ ਹੈ, ਕੈਪਟਨ ਸੰਦੀਪ ਸੰਧੂ ਨਾਲ ਅਸੀਂ ਇਹ ਗੱਲਬਾਤ ਕੀਤੀ ਹੈ। ਹਲਕਾ ਦਾਖਾ ਦੇ ਵੋਟਰਾਂ ਕੋਲ ਦੁਬਾਰਾ ਜਾਣ ਦੀ ਤਿਆਰੀ ਕਰ ਰਹੇ ਨੇ, ਪਰ ਇਸ ਗੱਲਬਾਤ ਦੇ ਦੌਰਾਨ ਜੋ ਗੁੰਝਲਾਂ ਜਿਹੜੀਆਂ ਸੁਲਝੀਆਂ ਨੇ ਜਿਨ੍ਹਾਂ ਦੇ ਸੰਕੇਤ ਸਾਨੂੰ ਮਿਲੇ ਨੇ, ਉਸ ਨੇ ਪੰਜਾਬ ਦੀ ਪਿਛਲੇ 5 ਸਾਲ ਦੀ ਰਾਜਨੀਤੀ ਤੋਂ ਇੱਕ ਤਰ੍ਹਾਂ ਨਾਲ ਪਰਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਸਿਆਸਤ ਤੋਂ ਅਫਸਰਸ਼ਾਹੀ ਜਿਹੜੀ ਹੈਗੀ ਆ ਕਦਮ ਅੱਗੇ ਲੰਘ ਗਈ ਤੇ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਕਾਫੀ ਲੋਕ ਜਿਹੜੇ ਸਿਆਸੀ ਤੌਰ ਦੇ ਉੱਤੇ ਤਾਂ ਮਜ਼ਬੂਤ ਸਨ ਪਰ ਉਹ ਗੋਡੇ ਟੇਕਣ ਨੂੰ ਮਜਬੂਰ ਹੋਏ ਤੇ ਕਿਸ ਤਰ੍ਹਾਂ ਪੰਜਾਬ ਦੀ ਸੱਤਾ ਦੀ ਜਿਹੜੀ ਹੈਗੀ ਆ ਤਬਦੀਲੀ, ਜੋ ਤਾਜ਼ਾ ਤਬਦੀਲੀ ਆਈ ਆ, ਅਸਲੀ ਤਬਦੀਲੀ ਤਾਂ 2022 ਚ ਆਉਣੀ ਹੈ। ਅੱਜ ਵਾਸਤੇ ਸਾਡਾ ਇਹੀ ਜਿਹੜਾ ਕਿਹਾ ਸੁਣਿਆ ਸਵੀਕਾਰ ਕਰਿਓ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਨੀਲਿੰਦਰ ਜੀ ਔਰ ਸਕਾਈਨੈਟ ਚੈਨਲ ਦਾ ਜਿਹਨੇ ਮੈਨੂੰ ਅੱਜ ਮੌਕਾ ਦਿੱਤਾ ਤੁਹਾਡੇ ਜਿਹੜੇ
ਲੋਕ ਹੈ ਜਿਹੜੇ ਇਸ ਚੈਨਲ ਨੂੰ ਬੜੇ ਪਿਆਰ ਨਾਲ ਦੇਖਦੇ ਆ, ਉਹਨਾਂ ਨਾਲ ਰੂਬਰੂ ਹੋਣ ਦਾ ਬਹੁਤ ਬਹੁਤ ਧੰਨਵਾਦ। ਜੈ ਹਿੰਦ ਜੀ, ਥੈਂਕ ਯੂ ਵੈਰੀ ਮਚ ਜੀ।